ਕੋਲ ਆਏ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਇਸ ਵਿਸ਼ੇ ਦੇ ਉੱਤੇ ਅੱਜ ਵਿਚਾਰ ਪੇਸ਼ ਕਰਨ। ਲੇਕਿਨ ਗੁਸਤਾਖੀ ਮੇਰੇ ਅੰਦਰ ਮੌਜੂਦ ਰਹਿੰਦੀ ਹੈ, ਇਸ ਲਈ ਜਦੋਂ ਕਿਤੇ ਕੋਈ ਪੁੱਠੀ ਸਿੱਧੀ ਗੱਲ ਹੋ ਜਾਵੇ ਉਹਨੂੰ ਮੈਨੂੰ ਜ਼ਰਾ ਖਿਮਾ ਹੀ ਕਰ ਦੇਣਾ। ਉੱਚਾ ਕਰੋਗੇ ਜ਼ਰਾ, ਕੌਣ ਹੈ ਜਿਹੜਾ ਅਰਜ਼ੇ ਆ। ਕੱਲ੍ਹ ਜਦੋਂ ਗੁਰੂ ਰਾਮ ਸਿੰਘ ਜੀ ਦੀ ਗੱਲ ਹੋ ਰਹੀ ਸੀ, ਮੈਂ ਉਦੋਂ ਇੱਕ ਅਰਜ਼ ਕਰਨੀ ਚਾਹੁੰਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਜਦੋਂ ਪਹਿਲੇ 1.25 ਲੱਖ ਪਾਠ ਦਿੱਤੇ ਤੇ ਸਾਰੇ ਲੋਕ 1.25 ਲੱਖ ਪਾਠ ਦਾ ਜ਼ਬਾਨੀ ਪਾਠ ਕਰਦੇ ਹੁੰਦੇ ਸਨ। 10 ਦਿਨ ਦੀਨ ਦਿਆਲ ਜੀ ਨੇ ਮੈਨੂੰ ਨੋਟ ਕੀਤਾ ਕਿ ਮੇਰੇ ਬੁੱਲ ਨਹੀਂ ਹਿਲਦੇ, ਮੈਂ ਕੋਈ ਸ਼ਬਦ ਨਹੀਂ ਸੀ ਲਿਆ ਪਾਠ ਕਰਨ ਵਾਸਤੇ। ਭੈਣੀ ਸਾਹਿਬ 'ਚ ਰਵਾਂ, ਸਤਿਗੁਰਾਂ ਦੇ ਨੇੜੇ ਵੀ ਸਾਂ, ਲੇਕਿਨ ਥੋੜ੍ਹਾ ਜਿਹਾ ਜਿਹੜਾ ਮੇਰਾ ਆਪਣਾਪਣ ਵੇ ਇਹ ਭਾਰੂ ਰਹਿੰਦਾ ਮੇਰੇ 'ਤੇ। ਸਤਿਗੁਰਾਂ ਮੈਨੂੰ ਕੋਠੀ ਵਿੱਚ ਪੁੱਛਿਆ 10 ਦਿਨ ਨੋਟ ਕਰਕੇ ਤੇ ਕभी ਤੂੰ ਪਾਠ ਨਹੀਂ ਲੈ? ਮੈਂ ਕਿਹਾ ਨਹੀਂ ਜੀ। ਕਹਿੰਦੇ ਤੂੰ ਗੁਰੂ ਰਾਮ ਦਰਸ਼ਨ ਨਹੀਂ ਕਰਨੇ? ਮੈਂ ਫਿਰ ਗੁਸਤਾਖੀ ਕੀਤੀ, ਮੈਂ ਕਿਹਾ ਨਹੀਂ ਜੀ। ਤੇ ਛੇਤੀ ਨਾਲ ਮੈਂ ਸਤਿਗੁਰਾਂ ਦੇ ਅੰਗੂਠਿਆਂ ਵੱਲ, ਚਰਨਾਂ ਵੱਲ ਧਿਆਨ ਦੇ ਕੇ ਮੈਂ ਆਖਿਆ, ਮੈਂ ਸੱਚੇ ਪਾਤਸ਼ਾਹ 100 ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਮੈਨੂੰ ਗੁਰੂ ਰਾਮ ਸਿੰਘ ਦਰਸ਼ਨ ਮੈਂ ਨਹੀਂ ਕੀਤੇ ਹੋਏ, ਮੈਨੂੰ ਉਹਨਾਂ ਦਾ ਪਿਆਰ ਨਹੀਂ ਉਪਜਦਾ, ਮੈਨੂੰ ਉਹਨਾਂ ਦਾ ਮੋਹ ਨਹੀਂ ਉਪਜਦਾ। ਉਹ ਇਤਿਹਾਸਕ ਵਸਤੂ ਨਹੀਂ ਮੈਂ ਸਨਮਾਨ ਸਤਿਕਾਰ ਕਰਨਾ ਵਾ, ਜਿਵੇਂ ਕਹੋਗੇ ਉਸ ਮੰਨਾਂਗਾ। ਮੇਰਾ ਚਰਨ ਇਹਨਾਂ ਨਾਲ, ਚਰਨਾਂ ਨਾਲ ਪ੍ਰੇਮ ਹੈ, ਮੈਨੂੰ ਇਹਨਾਂ ਨਾਲ ਸਨੇਹ ਮੇਰਾ ਬਣਿਆ ਰਹੇ। ਅੱਜ ਵੀ ਤੁਸੀਂ ਜਾਗਤ ਖੁਦ ਦੀ ਗੱਲ ਕਰਦੇ ਹੋ। ਮੈਂ ਇੱਕੋ ਅਰਜ਼ ਕਰਨੀ ਚਾਹੁੰਦਾ ਹਾਂ ਤਮਾਮ ਜਥੇਦਾਰਾਂ ਨੂੰ, ਸੂਬੇਦਾਰਾਂ ਨੂੰ, ਦੂਜਿਆਂ ਨੂੰ, ਦੋ ਟੁਕ ਹੋ ਕੇ ਆਪਾਂ ਫੈਸਲਾ ਕਰਕੇ ਤੁਰਨਾ ਹੈ ਕਿ ਸਾਡੀ ਗੱਲ ਵਿੱਚ ਹਾਂਜੀ ਇਹ ਵੀ ਠੀਕ ਹੈ, ਉਹ ਵੀ ਠੀਕ ਹੈ, ਆਹੋ ਜੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਨਹੀਂ, ਅਸੀਂ ਸਤਿਗੁਰੂ ਨੂੰ ਮੰਨਣ ਵਾਲੇ ਹਾਂ, ਸਤਿਗੁਰੂ ਨੂੰ ਮੰਨਦੇ ਹਾਂ। ਜੋ ਸਤਿਗੁਰੂ ਦੇ ਬਚਨ ਨੇ ਸੋ ਸਾਡੇ ਵਾਸਤੇ ਕਲਿਆਣਕਾਰੀ ਨੇ, ਅਮਲ ਕਰਨ ਯੋਗ ਨੇ, ਸਾਡੇ ਵਾਸਤੇ ਸਭ ਕੁਝ ਉਹ ਨੇ। ਇਸ ਲਈ ਸਤਿਗੁਰੂ ਨੂੰ ਮੰਨ ਕੇ ਤੁਰਨਾ ਹੀ ਸਾਡੀ ਗੱਲ ਹੈ। ਜਾਗਤ ਜੋਤ ਜਪੈ ਨਿਸਬਾਸਰ ਦਾ ਜਿਹੜੀ ਗੱਲ ਹੈ ਉਹ ਸਿਰਫ ਇਹ ਹੀ ਹੈ ਕਿ ਅਸੀਂ ਜਿਉਂਦਿਆਂ ਨੂੰ ਮੰਨਦੇ ਹਾਂ, ਦੂਜਿਆਂ ਨਾਲ ਸਾਡਾ ਕੋਈ ਵਾਸਤਾ ਨਹੀਂ। ਔਰ ਤੁਹਾਨੂੰ ਪਤਾ, ਜਿਉਂ-ਜਿਉਂ ਤੁਸੀਂ ਪੜ੍ਹੋਗੇ ਤੁਸੀਂ ਤਿਉਂ ਸਮਝੋਗੇ ਵੀ ਰੱਬ ਦੀ ਸ਼ਕਤੀ ਜਿਹੜੀ ਹੈ, ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਇਹ ਵੀ ਤੁਸੀਂ ਬਣਾਈ ਹੈ, ਮਨੁੱਖ ਨੇ ਬਣਾਈ ਹੈ, ਸਿਆਣੇ ਲੋਕਾਂ ਨੇ ਬਣਾਈ ਹੈ। ਪਹਿਲਾਂ ਕਿੰਨੇ ਸਾਰੇ ਦੇਵਤੇ ਰਚੇ, 34 ਕਰੋੜ ਦੇਵਤਾ ਸੀ, ਹੌਲੀ ਹੌਲੀ ਦੇਵਤੇ ਘਟਾਉਣੇ ਸ਼ੁਰੂ ਕੀਤੇ, 3 ਦੇਵਤੇ ਬਣੇ, 3 ਦੇਵਤਾਂ ਤੋਂ ਫਿਰ ਇੱਕ ਤੇ ਆਇਆ, ਇੱਕ ਓਮ ਆਇਆ, ਫਿਰ ਇੱਕ ਤੇ ਉਹਦੇ ਤੋਂ ਵੀ ਹਟ ਕੇ ਸਾਡੇ ਦੇਸ਼ ਵਿੱਚ ਹੀ ਨਾਸਤਿਕ ਲੋਕ ਹੋ ਗਿਆ ਵੀ ਨਹੀਂ ਕੋਈ ਵੀ ਗੱਲ ਨਹੀਂ। ਅੱਜ ਅਸੀਂ ਇੱਥੇ ਖਲੋਤੇ ਹਾਂ ਕਿ ਇਸ ਤਰ੍ਹਾਂ ਕੀਤਿਆਂ ਨਾਸਤਿਕ ਬਣਿਆ ਜਾਂ ਕਿਸੇ ਨੂੰ ਵੀ ਨਾ ਮੰਨਿਆ, ਸਾਡੇ ਤੇ ਕੋਈ ਕੰਟਰੋਲ ਨਹੀਂ ਰਹਿੰਦਾ, ਕੋਈ ਵਾਰਸ ਨਹੀਂ ਸਾਡਾ ਬਣਦਾ, ਕੋਈ ਸਾਡੀ ਜ਼ਿੰਮੇਵਾਰੀ ਨਹੀਂ ਲੈਂਦਾ। ਅਸੀਂ ਇਹ ਸਮਾਜ ਜਿਹੜਾ ਉਸਾਰਿਆ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ, ਇਸ ਕਲਯੁਗ ਵਿੱਚ ਸਤਿਯੁਗ ਵਿੱਚ ਤੁਹਾਡੇ ਦਰਸ਼ਨ ਕਰਕੇ ਕੋਈ ਬੰਦਾ ਇਹ ਨਹੀਂ ਕਹੇਗਾ ਇਹ ਬਦਮਾਸ਼ ਨੇ, ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਕੋਈ ਚੋਰ ਨਹੀਂ ਸਮਝੇਗਾ, ਤੁਹਾਡੇ ਦਰਸ਼ਨ ਕਰਕੇ ਤੁਹਾਡੇ ਵਿੱਚ ਕੋਈ ਮੰਦੀ ਬਾਸ਼ਨਾ ਵਾਲੀ ਗੱਲ ਨਹੀਂ ਪੈਦਾ ਹੋਵੇਗੀ। ਇਹ ਅਸੀਂ ਕਲਯੁਗ ਵਿੱਚ ਸਤਿਯੁਗ ਹਾਂ ਤੇ ਅਸੀਂ ਸਾਰੇ ਹੀ ਸਤਿਗੁਰਾਂ ਦੇ ਪੂਰੇ ਨੁਮਾਇੰਦੇ ਹਾਂ। ਮੈਂ ਤੇ ਮੰਨ ਕੇ ਤੁਰਦਾ ਵਾਂ ਜਿੱਥੇ ਮੈਂ ਖਲੋਤਾ ਵਾਂ, ਭਾਵੇਂ ਮੇਰੇ 'ਚ ਕਈ ਕਸੂਤਾਪਣ ਨੇ, ਉਹ ਜਦੋਂ ਗੱਲ ਹੋਵੇ ਜੀ ਮੈਂ ਕਹਾਂਗਾ ਮੇਰੇ ਨੇ, ਲੇਕਿਨ ਮੈਂ ਨੁਮਾਇੰਦਗੀ ਕਰਦਾ ਵਾਂ ਸਮੁੱਚੇ ਤੌਰ 'ਤੇ ਨਾਮਧਾਰੀ ਪੰਥ ਦੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ। ਅਸੀਂ ਸਾਰੇ ਇਹ ਮੰਨ ਕੇ ਤੁਰਨਾ ਹੈ ਕਿ ਸਤਿਗੁਰਾਂ ਦੇ ਅਸੀਂ ਪੂਰੇ ਨੁਮਾਇੰਦੇ ਹਾਂ। ਔਰ ਜਿੱਥੇ ਵੀ ਗੱਲ ਕਮਜ਼ੋਰ, ਮਾੜੀ, ਢੀੜੀ ਗੱਲ ਹੁੰਦੀ ਹੈ, ਉਹਨੂੰ ਦੋ ਟੁਕ ਫੈਸਲਾ ਕਰਨਾ ਵੀ ਨਹੀਂ ਇਹ ਗੱਲ ਨਹੀਂ, ਸਤਿਗੁਰਾਂ ਦਾ ਆਹ ਹੁਕਮ ਹੈ। ਸਾਨੂੰ ਸਤਿਗੁਰਾਂ ਨੇ ਕੀ ਕੁਝ ਆਖਿਆ ਹੈ? ਸਤਿਗੁਰੂ ਜਿਉਂਦਾ ਸਤਿਗੁਰੂ, ਸਾਡੇ ਕੋਲ ਬੈਠਾ ਪ੍ਰਤੱਖ ਸਤਿਗੁਰੂ ਸਾਡੇ ਵਾਸਤੇ ਫੈਸਲੇ ਦਿੰਦਾ ਹੈ ਜਿਹੜੇ ਸਮੇਂ ਅਨੁਕੂਲ ਹੁੰਦੇ ਨੇ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਗੱਲ ਗੁਰੂ ਰਾਮ ਸਿੰਘ ਵੇਲੇ ਨਹੀਂ ਸੀ ਹੁੰਦੀ, ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਗੁਰੂ ਰਾਮ ਸਿੰਘ ਵੇਲੇ ਤਾਂ ਬਹੁਤ ਕੁਝ ਨਹੀਂ ਸੀ ਹੁੰਦਾ, ਉਹ ਹੁਣ ਕਿਵੇਂ ਹੋਣਾ ਸ਼ੁਰੂ ਹੋ ਗਿਆ? ਸਤਿਗੁਰੂ ਪ੍ਰਤਾਪ ਸਿੰਘ ਨੇ ਘੋੜੇ ਦੌੜਾਏ ਨੇ, ਗੁਰੂ ਰਾਮ ਸਿੰਘ ਨੇ ਰੇਸ ਕੋਰਸ ਨਹੀਂ ਸੀ ਕੀਤਾ। ਇਹ ਗੱਲ ਕਰ ਲੈਣੀ ਵੀ ਸਤਿਗੁਰਾਂ ਨੇ, ਗੁਰੂ ਰਾਮ ਸਿੰਘ ਨੇ ਆਹ ਗੱਲ ਕੀਤੀ ਸੀ, ਸਤਿਗੁਰੂ ਹਰੀ ਸਿੰਘ ਨੇ ਆਹ ਗੱਲ ਕੀਤੀ ਸੀ, ਇਹਦੋਂ ਗੱਲ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇਹ ਫੈਸਲਾ ਸਾਰਿਆਂ ਨੂੰ ਪਤਾ ਹੋਵੇਗਾ ਕਿ ਉਹ ਕਹਿੰਦੇ ਸਨ ਵੀ ਤੂੰ ਗੱਲ ਕਿਹਦੇ ਨਾਲ ਕਰਨਾ ਪਿਆ, ਗੁਰੂ ਹਰੀ ਸਿੰਘ ਨਾਲ ਕਰਨਾ ਪਿਆ ਕਿ ਮੇਰੇ ਨਾਲ ਗੱਲ ਕਰਨਾ ਹੈ। ਜਿਹੜਾ ਵਕਤ ਦਾ ਹਾਕਮ ਹੈ ਉਹ ਸਮੇਂ ਅਨੁਕੂਲ ਆਪਣੀ ਗੱਲ ਕਰਦਾ ਹੈ। ਜਿਸ ਵੇਲੇ ਕੁੜੀਆਂ ਨਹੀਂ ਸੀ ਪੜ੍ਹਾਉਣੀਆਂ ਉਸ ਵੇਲੇ ਨਹੀਂ ਸੀ ਲੋਕੀ ਪੜ੍ਹਾਉਂਦੇ, ਸਤਿਗੁਰਾਂ ਨੇ ਹੁਕਮ ਕੀਤਾ ਕੁੜੀਆਂ ਪੜ੍ਹਾਉਣੀਆਂ ਨੇ। ਜੇ ਕੁੜੀਆਂ ਪੜ੍ਹਾਉਣੀਆਂ ਨੇ ਤਾਂ ਸਤਿਗੁਰਾਂ ਨੇ ਮਹਿਸੂਸ ਕੀਤਾ ਵੀ ਹਾਲਾਤ ਔਰਤਾਂ ਦੇ ਨੇ, ਚੁੱਪ ਗੱਲ ਰਹਿ ਗਏ। ਜੇ ਸਤਿਗੁਰਾਂ ਨੇ ਹੁਣ ਕਿਰਪਾ ਕੀਤੀ ਹੈ ਤੇ ਔਰਤਾਂ ਸੂਬਾ ਬਣਾ ਦਿੱਤੀਆਂ ਨੇ, ਸਥਾਪਿਤ ਕਰਤੀਆਂ ਨੇ, ਸਾਡੇ ਬਰਾਬਰ ਵਿੱਚ ਮੁਕਾਬਲੇ 'ਚ ਖਲੋਤੀਆਂ ਨੇ। ਇਹਨਾਂ ਨੂੰ ਸਿਆਣੇ ਬਣਾਉਣਾ ਹੈ। ਸਮਾਜ ਨੂੰ ਦੇ ਦੋਵੇਂ ਪਹੀਏ, ਔਰਤ ਔਰ ਮਰਦ, ਇਹਨਾਂ ਦੋਵਾਂ ਨੂੰ ਸਾਹਮਣੇ ਰੱਖਣ ਵਾਸਤੇ ਲਾਜ਼ਮੀ ਤੌਰ 'ਤੇ ਇਹਨਾਂ ਦੀ ਪੜ੍ਹਾਈ, ਇਹਨਾਂ ਦਾ ਅੱਛਾਈ, ਇਹਨਾਂ ਦਾ ਵਧੀਆਪਣ ਇਹ ਚੱਲਣਾ ਹੈ। ਸਾਡੀ ਗੱਲ ਇਹ ਕਿ ਅਸੀਂ ਚਰਿੱਤਰ ਵੱਲੋਂ ਵਧੀਆ ਬਣੀਏ, ਚੰਗੇ ਬਣੀਏ।
ਜਿਨ੍ਹਾਂ ਨੂੰ ਕਿਸੇ ਮੌਕੇ ਤੇ ਵੀ ਕੁੜੀ ਨਜ਼ਰ ਪੈ ਜਾਵੇ ਤੇ ਉਹਨਾਂ ਦਾ ਚਰਿੱਤਰ ਹੀ ਖਤਮ ਹੋ ਜਾਂਦਾ ਹੈ। ਤਾਂ ਬੰਦੇ ਬੜੇ ਕਮਜ਼ੋਰ ਨੇ। ਇਹ ਨਹੀਂ ਕੋਈ ਗੱਲ, ਅਸੀਂ ਹਜ਼ਾਰਾਂ ਲੋਕਾਂ ਨੂੰ ਮਿਲਦੇ ਹਾਂ, ਸਾਨੂੰ ਤਾਂ ਨਹੀਂ ਕਰੀ ਜਾਪੀ ਵੀ ਅਸੀਂ ਉਹਦੇ ਵਿੱਚ ਨਰਕਗਾਮੀ ਹੋਣ ਵਾਲੀ ਕੋਈ ਗੱਲ ਕਰੀਏ। ਸੋ ਸਾਧ ਸੰਗਤ ਜੀ, ਸਤਿਗੁਰਾਂ ਵੱਲ ਦ੍ਰਿਸ਼ਟੀ ਇਸ ਕਿਸਮ ਦੀ ਆਪਾਂ ਰੱਖਣੀ ਹੈ ਜਿਹਦੇ ਨਾਲ ਅਸੀਂ ਸਜੀਵ ਤੇ ਚੇਤਨ ਰਹੀਏ। ਆਪ ਜੀ ਨੇ ਵੇਖਿਆ ਸਤਿਗੁਰੂ ਜੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਸਾਡਾ ਆਦਰਸ਼ ਬਣਨਾ ਚਾਹੀਦਾ ਹੈ ਕਿ ਅਸੀਂ ਸਤਿਗੁਰਾਂ ਨੂੰ ਆਦਰਸ਼ ਮੰਨ ਕੇ ਜਿਹੜਾ ਚਰਿੱਤਰ ਸਤਿਗੁਰਾਂ ਦਾ ਅਸੀਂ ਵੇਖਦੇ ਹਾਂ, ਕੇਵਲ ਮੱਥਾ ਨਾ ਟੇਕੀਏ। ਮੱਥਾ ਟੇਕਿਆਂ ਗੱਲ ਨਹੀਂ ਬਣਦੀ। ਅੱਖੀਂ ਮੀਟਿਆਂ ਤਾਂ ਗੱਲ ਠੀਕ ਹੈ, ਗੁਜ਼ਾਰਾ ਸਾਡਾ ਹੋ ਜਾਂਦਾ ਹੈ, ਭਲਾ ਮਾਨਸੀ ਵੀ ਭਲਮਾਨਸੀ ਵੀ ਸਾਡੀ ਚੱਲ ਜਾਂਦੀ ਹੈ। ਲੇਕਿਨ ਸਤਿਗੁਰਾਂ ਨੂੰ ਅਸੀਂ ਸੁਚੇਤ ਰੂਪ 'ਚ ਵੇਖੀਏ ਔਰ ਵੇਖੀਏ ਕਿ ਸੱਚੇ ਪਾਤਸ਼ਾਹ ਕਿਵੇਂ ਦੂਸਰਿਆਂ ਨਾਲ ਵਾਸਤਾ ਰੱਖਦੇ ਨੇ, ਕਿਵੇਂ ਉਹ ਲੋਕਾਂ ਦੀ ਮਦਦ ਕਰਦੇ ਨੇ, ਕਿਵੇਂ ਸਤਿਗੁਰੂ ਜੀ ਉਦਾਰ ਨੇ, ਕਿਵੇਂ ਸਤਿਗੁਰੂ ਸਾਰੀਆਂ ਦੁਨੀਆ ਨੂੰ ਮਿਲਣ ਦੀ ਗੱਲ ਕਰਦੇ ਨੇ। ਆਪਣਾ ਆਪ ਕਾਇਮ ਰੱਖ ਕੇ ਇਹ ਗੱਲ ਨਹੀਂ ਕਿ ਅਸੀਂ ਦੂਜਿਆਂ ਨਾਲ ਮਿਲਣਾ ਹੈ ਤੇ ਅੱਧਿਓਂ ਵੱਧ ਪਹਿਲਾਂ ਅਸੀਂ ਉਹੋ ਜਿਹੇ ਉਦੋਂ ਭੈੜੇ ਬਣ ਜਾਈਏ ਜਾਂ ਉਹੋ ਜਿਹੇ ਬੰਦੇ ਬਣ ਜਾਈਏ। ਨਹੀਂ, ਅਸੀਂ ਆਪਣਾ ਆਪ ਕਾਇਮ ਰੱਖ ਕੇ ਦੂਜਿਆਂ ਨੂੰ ਪਿਆਰ ਤੇ ਸਤਿਕਾਰ ਇਹਨਾਂ ਦੇਣਾ ਹੈ ਕਿ ਉਹ ਸਾਨੂੰ ਵੀ ਵਾਹ ਸਾਡਾ ਵੀ ਸਤਿਕਾਰ ਕਰਨ, ਸਾਨੂੰ ਵੀ ਧੰਨਵਾਦ ਕਰਨ। ਤੋ ਸਤਿਗੁਰਾਂ ਨੇ ਸਾਡੇ ਸਾਹਮਣੇ ਪ੍ਰਤੱਖ ਰੂਪ 'ਚ ਜਿਹੜਾ ਦਰਸ਼ਨ ਦਿੱਤਾ ਹੋਇਆ ਹੈ, ਜਿਹਨੂੰ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਹੈ ਵੀ ਕਿਸੇ ਨੇ ਲਿਖਿਆ ਹੈ, ਮੈਨੂੰ ਕਿਸੇ ਨੇ ਦੱਸਿਆ ਵੀ ਕਿਸੇ ਨੇ ਲਿਖਿਆ ਵੀ ਪੈਸੇ ਦੇ ਕੇ ਸਤਿਗੁਰਾਂ ਨੇ ਆਪਣੀ ਗੱਲ ਕਰਵਾਈ ਏ ਸਤਿਗੁਰੂ ਪ੍ਰਤਾਪ ਜਗਜੀਤ ਸਿੰਘ ਜੀ ਨੇ। ਇਹਦੋਂ ਵੱਡਾ ਝੂਠ ਮੈਂ ਸਮਝਦਾ ਕੋਈ ਗੱਲ ਨਹੀਂ ਇਹ ਕੀਤਾ ਬੋਲਿਆ ਜਾ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁੰਦਿਆਂ ਉਹ ਤਾਰੀਖਾਂ ਮੈਂ ਨੋਟ ਕੀਤੀਆਂ ਜਦੋਂ ਸਤਿਗੁਰਾਂ ਨੇ ਆਖਿਆ ਜੀਵਨ ਨਗਰ 'ਚ ਉਹ ਰਵੇ ਜਿੰਨੇ ਸਤਿਗੁਰਾਂ ਮੇਰੇ ਕਾਕੇ ਵੱਡੇ ਦੇ ਆਖੇ ਲੱਗਣਾ ਹੈ, ਦੂਜੇ ਨੂੰ ਛੁੱਟੀਆਂ ਜਿਵੇਂ ਮਰਜ਼ੀ ਕਰੇ, ਮੇਰੇ ਵੱਲੋਂ ਮੈਂ ਉਹਦੇ ਤੋਂ ਖੁਸ਼ ਹਾਂ, ਲੇਕਿਨ ਰਵੇ ਉਹ। ਔਰ ਉਸ ਮੌਕੇ ਉੱਤੇ ਤੁਹਾਨੂੰ ਪਤਾ ਹੋਵੇਗਾ ਦਰੋਗਾ ਦੁਮਨ ਸਿੰਘ ਨਾਂ ਦਾ ਇੱਕ ਸਤਿਗੁਰਾਂ ਦਾ ਬਹੁਤ ਪਿਆਰਾ ਬੰਦਾ ਸੀ, ਉਹਦੀ ਇਹਨਾਂ ਸਤਿਗੁਰਾਂ ਨਾਲ ਬਣ ਨਹੀਂ ਸੀ ਹੁੰਦੀ। ਉਹ ਛੱਡ ਕੇ ਤੇ ਸੰਤ ਨਗਰ ਚਲਾ ਗਿਆ ਸੀ ਵੀ ਮੈਂ ਇੱਥੇ ਇਹਨਾਂ ਦੇ ਕੋਲ ਨਹੀਂ ਰਹਿਣਾ। ਇਹ ਗੱਲ ਵਾਜਬ ਹੈ, ਲੇਕਿਨ ਸਤਿਗੁਰਾਂ ਨੂੰ ਇਹ ਆਖਣਾ ਵੀ ਇਹ ਕਿਤਾਬਾਂ ਨੂੰ ਮਗਰੋਂ ਪੈਸੇ ਦੇ ਕੇ ਬਣਾਏ ਗਏ ਨੇ, ਕੁਝ ਹੋਰ ਇਹੋ ਜਿਹੀਆਂ ਗੱਲਾਂ ਕਈ ਤਰ੍ਹਾਂ ਦੀਆਂ ਧੁਮਾਈਆਂ ਜਾ ਰਹੀਆਂ ਨੇ। ਇਸ ਵੇਲਾ ਬੜੀ ਤਕੜਾਈ ਨਾਲ ਲੋਹਾ ਲੈਣ ਦਾ ਤੇ ਨਜਿੱਠਣ ਦਾ ਹੈ। ਮੈਂ ਅਰਜ਼ ਕਰਾਂਗਾ ਸਪਸ਼ਟ ਰੂਪ ਵਿੱਚ ਤੁਸੀਂ ਆਪਣੇ ਆਪ ਦਾ ਤੁਹਾਡਾ ਪਤਾ ਹੋਵੇ ਤੁਸੀਂ ਕਿੱਥੇ ਖਲੋਤੇ ਹੋ। ਡਰਨ ਘਬਰਾਉਣ ਦੀ ਕੋਈ ਲੋੜ ਨਹੀਂ। ਆਪਣੇ ਆਪ ਨੂੰ ਕਿਸੇ ਨਾਲ ਅਸੀਂ ਬਦੋ-ਬਦੀ ਉਲਝਾਣਾ ਵੀ ਨਹੀਂ, ਬੇਸਵਾਦੀਆਂ ਵੀ ਨਹੀਂ ਕਰਨੀਆਂ, ਮੁਕਾਬਲੇ ਐਵੇਂ ਬਣਾਈ ਜਾਣੇ, ਇਹ ਵੀ ਕੋਈ ਸਿਆਣਪ ਨਹੀਂ। ਆਪ ਨੂੰ ਪਤਾ ਹੈ ਇਹ ਭੈਣੀ ਸਾਹਿਬ ਜਿਹੜਾ ਹੈ ਇਹ ਅੱਤਵਾਦ ਦੇ ਸ਼ੁਰੂ ਵਿੱਚ ਅੱਜ ਤੋਂ ਕੋਈ 10 ਸਾਲ ਪਹਿਲਾਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਵੀ ਇਹ ਭੈਣੀ ਸਾਹਿਬ ਵਾਲੇ ਜਿਹੜੇ ਨੇ, ਜਿਵੇਂ ਕੱਲ੍ਹ ਕਿਸੇ ਸੱਜਣ ਨੇ ਜ਼ਿਕਰ ਕੀਤਾ ਸੀ ਕਿ ਮੂੰਹ ਕਾਲੇ ਕਰੋ ਇਹਨਾਂ ਦੇ, ਜਿੱਥੇ ਗੁਰੂਆਂ ਵਾਲੇ ਦੇਹਧਾਰੀ ਗੁਰੂ ਵਾਲੇ ਬੰਦੇ ਮਿਲਣ ਦਾ ਮੂੰਹ ਕਾਲੇ ਕਰੋ, ਨਾਮਧਾਰੀ ਨੇ ਖਾ ਸਕਦੇ ਹੋ ਜ਼ਿਕਰ। ਸਤਿਗੁਰਾਂ ਨੇ ਉਸੇ ਸੁਰਜਨ ਸਿੰਘ ਦੇ ਜਾ ਕੇ ਉਹਦੀ ਸੁੱਖ ਸਾਂਦ ਪੁੱਛੀ ਔਰ ਉਹਨੂੰ ਆਪਣੇ ਚਰਨਾਂ ਤੇ ਨਿਮਾਇਆ। ਆਪਣਾ ਆਪ ਨਹੀਂ ਛੱਡਿਆ। ਇੱਥੇ ਸਾਨੂੰ ਕੀ ਆਖਿਆ? ਸਾਨੂੰ ਆਖਿਆ ਸਾਧ ਸੰਗਤ ਜੀ ਤੁਸੀਂ ਆਪੋ ਆਪਣੇ ਹਥਿਆਰ ਲੈ ਕੇ ਘਰਾਂ ਨੂੰ ਚਲੇ ਜਾਓ, ਤੁਸੀਂ ਬੜੀ ਕਿਰਪਾ ਕੀਤੀ ਹੈ, ਭੈਣੀ ਸਾਹਿਬ ਦੀ ਹਿਫਾਜ਼ਤ ਕੀਤੀ ਹੈ। ਮੌਕੇ ਦਾ ਸਤਿਗੁਰੂ ਸੀ ਇਹ ਗੱਲ ਕਹਿ ਸਕਦਾ ਸੀ। ਔਰ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਤੁਹਾਡਾ ਧੰਨਵਾਦ। ਸਿੰਘ ਬੜੇ ਔਖੇ ਹੋਏ ਵੀ ਅਸੀਂ ਸਾਡੇ ਘਰ ਨੂੰ ਆਣ ਕੇ ਕੋਈ ਬੰਦਾ ਬਾਹਰੋਂ ਆਣ ਕੇ ਪੈ ਜਾਵੇ, ਇਹ ਕਿਹੜੀ ਸਿਆਣਪ ਗੱਲ ਹੈ ਜੀ, ਅਸੀਂ ਤਾਂ ਮੁਕਾਬਲਾ ਕਰਾਂਗੇ। ਮੈਂ ਚੰਗੇ ਸੱਜਣਾਂ ਕੋਲੋਂ ਆਪਣੇ ਕੋਲੋਂ ਸੱਜਣਾਂ ਸੁਣਿਆ ਤੇ ਸਤਿਗੁਰਾਂ ਦੇ ਬਚਨਾਂ ਨੂੰ ਉਹ ਆਖਣ ਵੀ ਸਤਿਗੁਰਾਂ ਨੇ ਇਹ ਗੱਲ ਕੀ ਕੀਤੀ, ਇਹ ਤੇ ਭਗੌੜਾਪਣ ਹੈ। ਮੈਂ ਸ਼ਾਮ ਨੂੰ ਦੀਵਾਨ ਦੇ ਵਿੱਚ ਅਰਜ਼ ਕਰਕੇ ਵਕਤ ਲੈ ਕੇ ਤੇ ਮੈਂ ਅਰਜ਼ ਕੀਤੀ ਵੀ ਸਾਧ ਸੰਗਤ ਸਤਿਗੁਰੂ ਜੀ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਨੇ, ਜ਼ਰਾ ਆਪਾਂ ਵਿਚਾਰ ਲਈਏ। ਆਮ ਸਿੱਖ ਕਿੰਨੀ ਵੱਡੀ ਗਿਣਤੀ 'ਚ ਤੇ ਟੌੜਾ ਸਾਹਿਬ ਨੇ ਇੱਥੇ ਆਣ ਕੇ ਇਹ ਗੱਲ ਆਖੀ ਸੀ ਕਿ ਸੱਚੇ ਪਾਤਸ਼ਾਹ ਬਾਬਾ ਜੀ ਉਹਨਾਂ ਸੀ, ਬਾਬਾ ਜੀ ਵੀ ਮੇਰੇ ਤੇ ਵਸ ਵਿੱਚ ਨਹੀਂ ਮੇਰਾ ਸਾਰੀਆਂ ਫੌਜਾਂ, ਮੈਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਹਾਂ, ਜਿਵੇਂ ਮਰਜ਼ੀ ਉਹ ਲੋਕ ਕਰਨ ਕਰਾਉਣਗੇ। ਆਪ ਜੀ ਦੀਆਂ ਫੌਜਾਂ ਆਪ ਜੀ ਦੇ ਵਸ ਵਿੱਚ ਨੇ, ਆਪ ਜੀ ਦੇ ਹੁਕਮ ਵਿੱਚ ਉਹਨਾਂ ਨੇ ਸਿਰ ਚੁੱਕਣਾ ਹੈ ਤੇ ਆਪ ਜੀ ਦੇ ਹੁਕਮ ਵਿੱਚ ਸਿਰ ਨੀਵਾਂ ਕਰਨਾ ਹੈ। ਤੇ ਮੇਰੀ ਅਰਜ਼ ਹੈ ਕਿ ਸ਼ਾਂਤੀ ਬਣੀ ਰਹੇ, ਆਪ ਕਿਰਪਾ ਕਰੋ। ਸਤਿਗੁਰਾਂ ਨੇ ਉਹਨੂੰ ਇੱਥੇ ਦਰਬਾਰ ਸਾਹਿਬ ਦੇ 1.25 ਲੱਖ ਪਾਠ ਕਿਵੇਂ ਨਾਮਧਾਰੀ ਸਿੰਘ ਸੋਧ ਦੇ ਬੈਠੇ ਨੇ, ਕਿਵੇਂ ਪਾਠ ਹੋ ਰਿਹਾ ਨੇ, ਕਿਵੇਂ ਸਤਿਕਾਰ ਹੋ ਰਿਹਾ ਹੈ, ਉਸ ਨੇ ਆਪਣੀ ਅੱਖੀਂ ਵੇਖਿਆ ਔਰ ਇਸ ਗੱਲ ਨੂੰ ਜਾਣਿਆ ਵੀ ਸਾਡੀ ਬੜੀ ਜ਼ਿਆਦਤੀ ਹੈ। ਔਰ ਆਪ ਜੀ ਨੂੰ ਪਤਾ ਹੈ ਸਤਿਗੁਰਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਮੈਨੂੰ ਡਰ ਇਸ ਗੱਲ ਦਾ ਲੱਗਦਾ ਹੈ ਕਿ ਅਸੀਂ ਆਟੇ 'ਚ ਲੂਣ ਬਰਾਬਰ ਵੀ ਨਹੀਂ। ਜੇ ਅਸੀਂ ਕੋਈ ਲੜਾਈ ਸ਼ੁਰੂ ਕਰ ਲਈਏ ਤੇ ਅਸੀਂ ਮਾਰੇ ਜਾਵਾਂਗੇ ਸਮੁੱਚੇ ਤੌਰ ਤੇ, ਕੋਈ ਅਰਥ ਨਹੀਂ ਰਹਿ ਜਾਣਾ, ਕੋਈ ਗੱਲ ਨਤੀਜਾ ਨਹੀਂ ਨਿਕਲਣਾ। ਅੱਜ ਤੁਸੀਂ ਵੇਖੋ ਉਹ ਲੜਾਈ ਪਰਤ ਕੇ ਨਿਰੰਕਾਰੀਆਂ ਤੇ ਗਈ, ਉਹ ਮੁੜ ਕੇ ਚਲੀ ਗਈ ਉਹਨਾਂ ਉੱਤੇ ਔਰ ਉਹਨਾਂ ਦੇ ਆਪਣੇ ਬੰਦੇ ਹੀ, ਜੇ ਉਹ ਬਚਨ ਸਿੰਘ ਜਥੇਦਾਰ ਨੇ ਉਹਨਾਂ ਵਿੱਚੋਂ ਕਿੱਥੋਂ ਵਾਲੇ ਨੇ ਜੀ, ਬਚਨ ਸਿੰਘ ਹੋਰੀ ਜਿਹੜੇ ਇਹਨਾਂ ਦੇ ਲੀਡਰ ਨੇ ਨਾ ਖੜਕੂਆਂ ਦੇ, ਗੁਰਬਚਨ ਸਿੰਘ ਮਾਨੋ ਚਾਲ ਜਿਹੜਾ ਬੰਦਾ ਵਲੈਤ ਚੋਂ ਆਇਆ ਸੀ, ਮਤਲਬ ਮੈਨੂੰ ਉਹਦਾ ਨਾਂ ਨਹੀਂ ਗੁਰਦਰਾਂ ਦਾ, ਉਸ ਨੇ ਆਖਿਆ ਕਿ 75,000 ਬੰਦਾ ਮਰ ਗਿਆ, ਕੋਈ ਪ੍ਰਾਪਤੀ ਨਹੀਂ ਹੋਈ। ਹੁਣ ਇਹ ਪਾਲਸੀ ਆਪਾਂ ਥੋੜੀ ਧਿਆਨ, ਸਤਿਗੁਰਾਂ ਨੇ ਸਾਨੂੰ ਬਚਾਇਆ ਹੈ, ਮੌਕੇ ਤੇ ਹੋਣ ਕਰਕੇ ਬਚਾਇਆ ਹੈ। ਠੀਕ ਲਾਈਨ ਦਿੱਤੀ ਹੈ ਕਿ ਆਪਾਂ ਨਹੀਂ ਫਸਣਾ, ਆਪਾਂ ਨਹੀਂ ਉਲਝਣਾ, ਅਸੀਂ ਭਜਨ ਕਰਨ ਵਾਲੇ ਬੰਦੇ ਹਾਂ, ਅਸੀਂ ਭਜਨ ਕਰੀਏ ਤੇ ਬਣੀਏ। ਸਤਿਗੁਰਾਂ ਨੇ ਸਾਡੇ ਉੱਤੇ ਸਦਾਈ ਕਿਰਪਾ ਕੀਤੀ ਹੈ, ਸਤਿਗੁਰਾਂ ਨੇ ਸਦਾਈ ਸਾਡੇ ਤੇ ਕਿਰਪਾ ਕਰਨੀ ਹੈ। ਸਤਿਗੁਰੂ ਜਗਜੀਤ ਸਿੰਘ ਜੀ ਨੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀਆਂ ਸ਼ਕਤੀਆਂ ਦਿੱਤੀਆਂ ਨੇ ਤੇ ਉਦੋਂ ਵੀ ਵੱਧ ਦਿੱਤੀਆਂ ਨੇ। ਕਿਉਂ?
क्योंकि गुरु राम सिंह के तखत ते विराजमान होने का मतलब यह आ कि गुरु हरि सिंह भी नाल ने, सतगुरु प्रताप सिंह जी ने नाल ने, ਇਹਦੇ ਨਾਲ ਉਹਨਾਂ ਦੀ ਆਪਣੀ ਸ਼ਕਤੀ ਵੀ ਹੈ ਜਿਹੜੇ ਵਰਤਮਾਨ ਸਤਿਗੁਰੂ ਨੇ। ਇਸ ਲਈ ਸਾਡਾ ਇਧਰ ਨੂੰ ਧਿਆਨ ਰੱਖ ਕੇ ਇਧਰੋਂ ਆਗਿਆ ਲੈ ਕੇ ਸਾਰੀਆਂ ਗੱਲਾਂ ਕਰਨੀਆਂ ਵਾਜਬ ਨੇ ਤੇ ਜਿਵੇਂ ਹੁਕਮ ਕਰਨ, ਜਿੱਥੇ ਰੋਕਣ ਉੱਥੇ ਰੁਕ ਜਾਈਏ, ਜਿੱਥੇ ਤੁਰਨ ਉੱਥੇ ਤੁਰ ਪਈਏ। ਇਹਨਾਂ ਸ਼ਬਦਾਂ ਨਾਲ ਮੈਂ ਆਪ ਜੀ ਕੋਲ ਸੁਣਾਉਂਦਾ। ਮੈਂ ਸੰਤ ਅਜੀਤ ਸਿੰਘ ਸਕੱਤਰ ਉਹਨਾਂ ਨੂੰ ਅਰਜ਼ ਕਰਦਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਸ਼ਬਦ ਦੇ ਅਰਥਾਂ ਵਿੱਚ ਨਾ ਜਾਂਦਿਆਂ ਮੈਂ ਪੂਰੇ ਸ਼ਬਦ ਨੂੰ ਤੁਹਾਡੇ ਨਾਲ ਸੁਣਦੇ ਤੁਹਾਡੇ ਵਿਚਾਰ ਸਰਵਣ ਕਰਦੇ ਮੈਂ ਪੜ੍ਹਿਆ। ਮੈਨੂੰ ਇੰਝ ਲੱਗਦਾ ਸ਼ਬਦ ਦੇ ਵਿੱਚ ਗੁਰੂ, ਗੁਰਸਿੱਖ ਤੇ ਗੁਰਸਿੱਖੀ ਤਿੰਨਾਂ ਦਾ ਵਰਣਨ ਹੈ। ਇਕੱਲੀ ਜੋਤ ਦਾ ਵਰਣਨ ਨਹੀਂ ਹੈ, ਗੁਰੂ ਦਾ ਵੀ ਵਰਣਨ ਹੈ, ਗੁਰਸਿੱਖ ਦਾ ਵੀ ਵਰਣਨ ਹੈ, ਗੁਰਸਿੱਖੀ ਦਾ ਵੀ ਵਰਣਨ ਹੈ। ਗੁਰੂ ਦੀ ਗੱਲ ਤੁਸੀਂ ਸਾਰਿਆਂ ਨੇ ਕੀਤੀ, ਜਾਗਤ ਜੋਤ ਦੀ। ਗੁਰਸਿੱਖ ਨੇ ਕੀ ਕਰਨਾ ਹੈ ਉਹ ਅਗਲੀਆਂ ਤੁਕਾਂ ਸਚਪਾਏ ਦੱਸਦੇ ਨੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਇਹ ਸਿੱਖ ਵਾਸਤੇ ਹੈ, ਪਹਿਲਾਂ ਤੇ ਪ੍ਰਤੀਤ ਕਰੇ। ਇਹ ਸਿੱਖ ਦੇ ਕਰਮ ਨੇ, ਗੁਰਸਿੱਖ ਅਗਲੀ ਸਟੇਜ ਹੈ। ਪੂਰਨ ਜਦੋਂ ਪ੍ਰੀਤ ਕਰੇਗਾ ਉਹਦੇ ਨਾਲ ਕਰਨ ਨਾਲ ਬਾਕੀ ਕਰਮ ਛੱਡਣੇ ਪੈਣਗੇ ਉਹਨੂੰ। ਇੱਕ ਨਾਲ ਹੀ ਪ੍ਰੀਤ ਹੋਣੀ। ਇਹਨਾਂ ਦੀ ਪਹਿਲੀ ਗੱਲ ਕਰ ਬੈਠਾ ਸਾਰਿਆਂ ਨੂੰ, ਮੈਂ ਦੁਹਰਾਣੀ ਨਹੀਂ। ਜੇ ਉਹ ਪ੍ਰੀਤ ਕਰ ਲੈਂਦਾ ਹੈ ਫਿਰ ਉਹਨੂੰ ਕੀ ਹੋ ਜਾਂਦਾ। ਸਤਿਗੁਰੂ ਰਾਮ ਸਿੰਘ ਦੇ ਤੁਸੀਂ ਵੇਲੇ ਪੜ੍ਹੋ, ਤੁਸੀਂ ਨਾਮਧਾਰੀਆਂ ਨੇ ਜਿੰਨੀਆਂ ਅੰਮੜੀਆਂ ਮਸੀਤਾਂ ਗੁੰਗੇ ਸਭ ਭੰਨ ਤੋੜ ਸੁੱਟੇ ਸੀਗੇ। ਉਹ ਕਿਉਂ ਸੁੱਟੇ? ਸਤਿਗੁਰੂ ਦਾ ਹੁਕਮ ਸੀ। ਭਾਈ ਗੁਰਦਾਸ ਜੀ ਬਾਣੀ ਦੇ, ਉਹਨਾਂ ਦੀ ਜਿਹੜੀ ਬਾਣੀ ਉਹਨਾਂ ਨੂੰ ਆਦਿ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਮੰਨਿਆ ਗਿਆ। ਜਦੋਂ ਉਹਨਾਂ ਨੇ ਆਪਣੀ ਬਾਣੀ ਉਚਾਰੀ ਸੀ ਤੇ ਉਹਦੇ 'ਚ ਇੱਕੋ ਹੀ ਗੱਲ ਆਈ ਸੀ, ਜੇ ਗੁਰ ਵਰਤੇ ਸਾਂਗ ਸਿੱਖ ਸਿਦਕ ਨਾ ਹਾਰੇ। ਇੰਨੀ ਗੱਲ ਸੀ। ਸਚਪਾਏ ਨੇ ਆਖਿਆ ਇਹ ਤੁਕ ਬਦਲ ਲਵੋ ਤੇ ਤੁਹਾਡੀ ਬਾਣੀ ਵੀ ਦਰਜ ਕਰਨ ਵਾਸਤੇ ਸੋਚੀ ਜਾ ਸਕਦੀ ਹੈ, ਦਰਜ ਕਰ ਲਵਾਂਗੇ। ਉਹ ਨਹੀਂ ਮੰਨੇ। ਉਹ ਕਹਿੰਦੇ ਨਹੀਂ, ਸਿੱਖ ਜਿਹੜਾ ਬੜਾ ਸ਼ਕਤੀਸ਼ਾਲੀ ਹੁੰਦਾ ਉਹਨੇ ਭਜਨ ਬੰਦਗੀ ਕੀਤੀ ਹੁੰਦੀ ਹੈ। ਭਜਨ ਬੰਦਗੀ ਕਰਕੇ ਉਹ ਜਿਹੜਾ ਗੁਰੂ ਦੇ ਭਾਣੇ 'ਚ ਪੂਰਾ ਉਤਰ ਸਕਦਾ। ਸਚਪਾਏ ਨੇ ਸਾਂਗ ਰੱਖਿਆ, ਤੁਹਾਨੂੰ ਸਾਰਿਆਂ ਨੂੰ ਪਤਾ ਕਿੱਥੇ ਭੱਜ ਕੇ ਚਲੇ ਗਏ, ਕਾਸ਼ੀ ਜਾ ਕੇ ਉੱਥੋਂ ਮੁਸ਼ਕਾਂ ਬੰਨ੍ਹ ਕੇ ਵਾਪਸ ਲਿਆਂਦਾ, ਫਿਰ ਆ ਕੇ ਤੁਕ ਬਦਲ ਲਈ। ਜੇ ਗੁਰੂ ਵਰਤੇ ਸਾਂਗ ਸਿੱਖ ਕਿਆ ਵਿਚਾਰਾ। ਗੱਲ ਮੇਰੀ ਕਹਿਣ ਤੋਂ ਮਤਲਬ ਇਹ ਹੈ, ਪੂਰਨ ਪ੍ਰੇਮ ਪ੍ਰਤੀਤ ਕਰਨ ਦੇ ਨਹੀਂ, ਪ੍ਰੇਮ ਵੀ ਹੈ ਤੇ ਪ੍ਰਤੀਤ ਵੀ ਹੈ। ਪ੍ਰਤੀਤ ਕਿਤੇ ਕਰਨੀ ਹੈ ਜਾਗਤ ਜੋਤ ਤੇ, ਪ੍ਰੇਮ ਕਿਤੇ ਲਗਾ ਕਰਨਾ ਉਹਨਾਂ ਦੇ ਨਾਲ ਹੀ। ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਨਾ ਹੈ। ਇਹਦੇ 'ਚ ਕਰਮ ਦੀ ਗੱਲ ਹੈ। ਤੁਸੀਂ ਤੀਰਥ ਵੀ ਕਰ ਲਓ, ਦਾਨ ਵੀ ਕਰ ਲਓ, ਗੁਰਦੁਆਰੇ ਵੀ ਬਣਾ ਲਓ ਤੇ ਉਪਦੇਸ਼ ਵੀ ਸਾਂਭ ਕੇ ਰੱਖ ਲਓ, ਕਿਤਾਬਾਂ ਵੀ ਸਾਂਭ ਕੇ ਰੱਖੀ ਚਲੋ, ਇਤਿਹਾਸ ਜਿੰਨਾ ਮਰਜ਼ੀ ਸਾਂਭ ਕੇ ਰੱਖ ਲਓ, ਪਰ ਇਹ ਤਪ ਸੰਜਮ ਦਿਆ ਸੇਵਾ ਸਤਿਗੁਰੂ ਜੋ ਵੀ ਕਰਦੇ ਆ ਉਹਦੇ ਬਾਰੇ ਗੁਰਬਾਣੀ ਵਿੱਚ ਇੱਕ ਤੋਂ ਖਾਂਦੀ ਹੈ, ਹਰ ਕੀ ਟਹਿਲ ਕਮਾਮਨੀ ਜਪਿਆ ਹਰ ਕਾ ਨਾਮ। ਸਤਿਗੁਰੂ ਦੀ ਸੇਵਾ, ਅਕਾਲ ਪੁਰਖ ਦੀ ਸੇਵਾ। ਅਕਾਲ ਪੁਰਖ ਸਤਿਗੁਰੂ ਸਾਡੇ ਵਾਸਤੇ ਭਿੰਨ ਨਹੀਂ। ਇਸ ਪਿੱਛੇ ਮੈਂ ਅਸੀਂ ਵਿਆਖਿਆ 'ਚ ਨਹੀਂ ਜਾਣਾ। ਸਤਿਗੁਰੂ ਦੀ ਸੇਵਾ ਕੀ ਹੈ? ਉਹਨਾਂ ਦੇ ਹੁਕਮ ਅਨੁਸਾਰ ਭਜਨ ਬੰਦਗੀ ਕਰਨਾ। ਇਹ ਨਹੀਂ ਵੀ ਜਾ ਕੇ ਕਿਤੇ ਹੋਰ ਜਾ ਕੇ ਡੇਰਾ ਲਾ ਲਿਆ, ਜੇ ਆਪਾਂ ਪਾਠ ਕਰ ਲਏ, ਅਖੰਡ ਪਾਠ ਕਰ ਲਏ, ਉਹਨਾਂ ਦਾ ਕੋਈ ਅਸਰ ਨਹੀਂ ਹੈ। ਇਹਦੇ ਵਿੱਚ ਇਤਿਹਾਸ ਦਾ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ। ਵਸ਼ਿਸ਼ਟ ਮੁਨੀ ਨੂੰ ਬ੍ਰਹਮ ਰਿਸ਼ੀ ਕਿਹਾ ਜਾਂਦਾ ਸੀ ਤੇ ਉਹਨਾਂ ਦੇਵਤਿਆਂ ਨੇ ਆਖਿਆ ਜੇ ਤੂੰ ਬ੍ਰਹਮ ਰਿਸ਼ੀ ਬਣਨਾ ਨਾ ਤੇ ਵਸ਼ਿਸ਼ਟ ਤੈਨੂੰ ਕਹਿ ਦੇਗਾ ਵਿਸ਼ਵਾਮਿੱਤਰ ਨੂੰ ਬ੍ਰਹਮ ਰਿਸ਼ੀ, ਤੈਨੂੰ ਅਸੀਂ ਬ੍ਰਹਮ ਰਿਸ਼ੀ ਮੰਨ ਲਾਂਗੇ। ਉਹ ਵਸ਼ਿਸ਼ਟ ਆਪਣਾ ਵਿਸ਼ਵਾਮਿੱਤਰ ਹੀ ਬੜਾ ਭਜਨ ਕਰਦੇ ਰਹੇ। ਉਹ ਗੁਰੂ ਵੀ ਸਨ ਭਗਵਾਨ ਰਾਮ ਦੇ ਸ਼ਸਤਰ ਵਿਦਿਆ ਵਿੱਚ। ਉਹ ਜਦੋਂ ਜਾਣ ਉਹ ਕਹਿਣ ਆਓ ਜੀ ਰਾਜ ਰਿਸ਼ੀ ਜੀ, ਇੱਕ ਪੁੱਤਰ ਮਾਰਦੇ, ਦੋ ਮਾਰਦੇ, ਤਿੰਨ ਮਾਰਦੇ, 101 ਮਾਰ ਦਿੱਤਾ। ਅਖੀਰ ਤੇ ਵਿਸ਼ਵਾਮਿੱਤਰ ਦਿਲ 'ਚ ਖਿਆਲ ਹੈ ਕਿਆ ਬੰਦਾ ਹੈ, ਇਹਨੂੰ ਕੋਈ ਅਸਰ ਹੀ ਨਹੀਂ ਹੁੰਦਾ। ਜਦੋਂ ਅਖੀਰੀ ਵਾਰ ਗਿਆ ਤੇ ਉਹਦੇ 'ਚ ਉਹ ਸਾਧੂ ਦਾ ਭੇਸ ਵੀ ਬਣ ਗਿਆ, ਮਨ ਵੀ ਬਣ ਗਿਆ। ਜਦੋਂ ਗਏ ਤੇ ਕਹਿੰਦੇ ਆਓ ਬ੍ਰਹਮ ਰਿਸ਼ੀ ਜੀ। ਕਹਿੰਦੇ 101 ਪੁੱਤਰ ਮਰਵਾ ਕੇ ਜੋ ਆਖਿਆ ਇੰਨੀ ਛੋਟੀ ਜਿਹੀ ਗੱਲ ਪਹਿਲਾਂ ਹੀ ਕਹਿ ਦੇਣੀ ਸੀ। ਉਹ ਕਹਿੰਦੇ ਨਹੀਂ, ਹੁਣ ਤੂੰ ਬ੍ਰਹਮ ਰਿਸ਼ੀ ਬਣ ਕੇ ਆਇਆ। ਮੇਰਾ ਮਤਲਬ ਕਹਿੰਦਾ ਜਿਹਦੇ ਕੋਲ ਅਥਾਰਟੀ ਹੈ, ਜਿਹੜਾ ਯੂਨੀਵਰਸਿਟੀ ਦਾ ਰਜਿਸਟਰਾਰ ਹੈ, ਉਹਦਾ ਸਰਟੀਫਿਕੇਟ ਸਾਈਨ ਹੋਏਗਾ ਤਾਂ ਹੀ ਤੁਹਾਡੀ ਡਿਗਰੀ ਪ੍ਰਵਾਨ ਹੈ। ਹਰੀਜਨ ਦੇ ਸਰਟੀਫਿਕੇਟ ਸਾਰੀ ਦੁਨੀਆ ਵਾਲੇ ਸ਼ਡਿਊਲ ਕਾਸਟ ਦੀ ਗਵਰਨਮੈਂਟ ਦੇ ਜਾਂਦੀ ਹੈ। ਉਹ ਦੁਨੀਆ 'ਚ ਤੁਹਾਨੂੰ ਡਿਗਰੀਆਂ ਦਵਾ ਦੇਗੀ, ਨੌਕਰੀ ਤੁਹਾਨੂੰ ਮਿਲ ਜਾਏਗੀ। ਹਰੀਜਨ ਦਾ ਸਰਟੀਫਿਕੇਟ, ਸਤਿਗੁਰੂ ਦਾ ਸਿੱਖ ਹੋਣ ਦਾ ਸਰਟੀਫਿਕੇਟ ਜਦ ਤੱਕ ਤੁਹਾਨੂੰ ਸਤਿਗੁਰੂ ਨਹੀਂ ਦੇਗਾ, ਵਰਤਮਾਨ ਸਤਿਗੁਰੂ ਦੀ ਸਟੈਂਪ ਨਹੀਂ ਲੱਗੇਗੀ, ਤਦ ਤੱਕ ਤੁਸੀਂ ਹਰੀਜਨ ਨਹੀਂ ਖਵਾ ਸਕੋਗੇ। ਤੀਸਰੀ ਜੋ ਅਖੀਰ ਸਚਪਾਇਆ ਬਚਨ ਕੀਤਾ ਹੈ, ਪੂਰਨ ਜੋਤ ਜਗੈ ਕਤਮੈ ਤਬ। ਐਨੇ ਕਰਮ ਕਰਨ ਤੋਂ ਬਾਅਦ ਫੇਰ ਕੀ ਹੋਏਗਾ? ਤੁਹਾਡੇ ਜੋਤ ਜਗੇਗੀ। ਉਹ ਕਿਵੇਂ ਜਗੇਗੀ? ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਅਬਿਨਾਸ਼। ਫੇਰ ਜਾ ਕੇ ਜਦੋਂ ਤੁਸੀਂ ਆਪਣੇ ਇਹ 5 ਤੱਤ ਦੇ ਸਰੀਰ ਵਿੱਚੋਂ 5 ਕਰਮਾਂ ਨੂੰ ਕੱਢ ਕੇ, 5 ਧਰਮ ਕਰਮਾਂ ਦੀ ਸਥਾਪਨਾ ਕਰਕੇ, 5 ਗਿਆਨ ਸਰੋਤਾਂ ਨੂੰ ਖੋਲ ਕੇ, ਮਨ ਜਿਹੜਾ ਜਿਹਦੇ ਬਾਰੇ ਲਿਖਿਆ ਹੈ, ਪਿੱਪਲ ਦਾ ਪੱਤਾ, ਮਨ, ਦੀਵੇ ਦੀ ਲਾਟ ਤੇ ਬਾਂਦਰ, ਇਹ ਐਸੇ ਸ਼ੈਤਾਨ ਨੇ ਕਦੇ ਟਿੱਕੇ ਨਹੀਂ ਬੈਠਦੇ। ਇਹਨਾਂ ਨੂੰ ਜਦੋਂ ਸਾਰੇ ਕਰਮ ਕਰਕੇ ਤੁਸੀਂ ਕੰਟਰੋਲ ਕਰ ਲੋਗੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਗਿਆਨ ਅੰਜਨ ਦੇਣਗੇ। ਸੁਰਮਾ ਪਾ ਕੇ ਤੁਹਾਨੂੰ ਤੁਹਾਡੇ ਅੰਦਰ ਗਿਆਨ ਦਾ ਸਰੋਤ ਜਗੇਗਾ, ਤਾਂ ਹੀ ਤੁਹਾਨੂੰ ਸਮਝ ਲੱਗੇਗੀ ਜਾਗਤ ਜੋਤ ਕਿਹੜੀ ਹੁੰਦੀ ਹੈ। ਨਹੀਂ ਤੇ ਅਸੀਂ ਇੱਥੇ ਗੱਲਾਂ ਮਾਰ ਕੇ ਚਲੇ ਜਾਣਾ। ਤੇ ਆਓ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਵਿੱਚ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਚਰਨਾਂ ਵਿੱਚ। ਇਹ ਸ਼ਬਦਾਂ ਦੇ ਅਰਥ ਵੀ ਸਾਡੇ ਹਿਰਦੇ 'ਤੇ ਵਸਣ ਤੇ ਸੱਚੇ ਪਾਤਸ਼ਾਹ ਦੇ ਹੁਕਮ ਤੇ ਪ੍ਰਤੀਤ ਕਰ ਸਕੀਏ, ਉਹਨਾਂ ਦੇ ਭਾਣੇ ਵਿੱਚ ਰਹਿ ਸਕੀਏ, ਦੂਜੇ ਪਾਸੇ ਸਾਡੇ ਮਨ ਨਾ ਜਾਣ। ਇਹੀ ਅਰਜ਼ ਕਰਕੇ ਆਪ ਤੋਂ ਆਗਿਆ ਲਾਂਗਾ। ਸਤਿ ਸ੍ਰੀ ਅਕਾਲ।
ਅੱਜ ਦੇ ਇਸ ਵਿਸ਼ੇ ਦੇ ਮੈਂ ਅਖੀਰਲੇ ਬੁਲਾਰੇ ਸੰਤ ਹਰਪਾਲ ਸਿੰਘ ਜੀ ਹਜ਼ੂਰੀ ਸੇਵਕ ਉਹਨਾਂ ਨੂੰ ਅਰਜ਼ ਕਰਦਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਦੱਸਿਆ ਜਾਵੇਗਾ। ਸੰਤ ਹਰਪਾਲ ਸਿੰਘ ਜੀ। ਪਰਮ ਸਤਿਕਾਰਯੋਗ ਸਤ ਸੰਗਿਓ, ਇੱਕ ਵਾਰ ਰਸਨਾ ਪਵਿੱਤਰ ਕਰਨ ਲਈ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੈ। ਕਿਹੇ ਜੀਵ ਤੂੰ ਜਾਗਤ ਜੋਤ ਭਾਵ ਦੇਹਧਾਰੀ ਨੂੰ ਮੰਨ। ਤੇ ਜਦੋਂ ਅਸੀਂ ਦੇਹਧਾਰੀ ਨੂੰ ਮੰਨਣ ਦੀ ਗੱਲ ਕਰਾਂਗੇ ਉਹ ਵਰਤਮਾਨ ਦੀ ਹੀ ਹੋਏਗੀ, ਕਿਉਂਕਿ ਜੇ ਅਸੀਂ ਵਰਤਮਾਨ ਤੋਂ ਬਿਨਾਂ ਵਰਤਮਾਨ ਨੂੰ ਨਹੀਂ ਮੰਨਦੇ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਰਿਕਾਰਡ ਹੋਇਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਮੇਰਾ 10ਵਾਂ ਜਾਮਾ ਇਸ ਤਰ੍ਹਾਂ ਹੋਏਗਾ, ਇਹ ਕੌਤਕ ਕਰਨਗੇ, ਮੈਂ ਇਹ ਕੁਛ ਕਰਾਂਗਾ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਿਆ, ਉਹਨਾਂ ਨੇ ਕਿਸੇ ਨੂੰ ਨਹੀਂ ਮੰਨਿਆ। ਉਹ ਭਾਵੇਂ ਕਈ ਜਣ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਉਹਨਾਂ ਦਾ ਉਹ ਮੰਨਿਆ ਐਵੇਂ ਹੀ ਗਿਆ। ਭਾਵ ਜਾਗਤ ਜੋਤ ਨੂੰ ਮੰਨੇ, ਦੇਹਧਾਰੀ ਗੁਰੂ ਨੂੰ ਮੰਨੇ। ਦੇਹਧਾਰੀ ਗੁਰੂ ਉਹ ਹੀ ਹੋਏਗਾ ਜਿਹੜਾ ਵਰਤਮਾਨ ਸਮੇਂ 'ਚ ਵਿਦਿਆਮਾਨ ਹੈ। ਅਤੇ ਫਿਰ ਜਦੋਂ ਜੇ ਸਤਿਗੁਰੂ ਜਮਾ ਬਦਲਦਾ ਅਤੇ ਫਿਰ ਜਿਹੜਾ ਸਮੇਂ ਦਾ ਮਾਲਕ ਹੈ ਉਹਨੂੰ ਮੰਨਿਆ ਹੀ ਜੀਵ ਦਾ ਪਰ ਉਤਾਰਾ ਹੁੰਦਾ ਹੈ। ਪਰ ਜਿਹੜੀ ਅਗਲੀ ਗੱਲ ਹੈ ਕਿ ਏਕ ਬਿਨਾ ਮਨ ਨੈਕ ਨਾ ਆਨਾ, ਇਹਦੇ 'ਤੇ ਸਾਨੂੰ ਵਿਸ਼ੇਸ਼ ਰੂਪ ਵਿੱਚ ਧਿਆਨ ਦੇਣਾ ਚਾਹੀਦਾ। ਉਹ ਇਹ ਹੈ ਕਿ ਮੈਂ ਕੁਛ ਕੁ ਗੱਲਾਂ ਆਪਦੇ ਸਾਹਮਣੇ ਉਹ ਰੱਖਾਂਗਾ ਕਿ ਸਾਡੇ 'ਚ ਆਮ ਪ੍ਰਚਲਿਤ ਹੋ ਗਈਆਂ ਨੇ, ਪਰ ਉਹ ਇੱਕ ਪਵਿੱਤਰ ਭਾਵਨਾ ਦੇ ਅੱਗੇ ਠੀਕ ਚੀਜ਼ ਨਹੀਂ ਰਹਿ ਗਈ। ਅਸੀਂ ਆਪਣੀ ਕਿਸੇ ਵੀ ਕਿਸਮ ਦੀ ਮੰਗ ਜਦੋਂ ਕੋਈ ਰੱਖਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਹੋਵੇ, ਮੈਂ ਬਿਮਾਰ ਹਾਂ, ਮੇਰੀ ਬਿਮਾਰੀ ਠੀਕ ਹੋਵੇ, ਮੇਰੇ ਪੁੱਤਰ ਹੋਵੇ, ਮੈਨੂੰ ਮੁਕੱਦਮੇ ਵਿੱਚ ਫਤਿਹ ਹੋਵੇ, ਮੈਨੂੰ ਧਨ ਪਦਾਰਥ ਮਿਲੇ, ਜਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ, ਉਹਨਾਂ ਵਾਸਤੇ ਆਮ ਤੌਰ 'ਤੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇਸ ਕੰਮ ਵਾਸਤੇ ਤੇ ਸ਼ਹੀਦੀ ਸੁੱਖ ਲਈ, ਇਸ ਬਿਮਾਰੀ ਵਾਸਤੇ ਇਸ ਤੀਰਥ 'ਤੇ ਚਲੇ ਗਏ, ਇਸ ਕੰਮ ਵਾਸਤੇ ਉਹਨਾਂ ਸੰਤਾਂ ਨੂੰ ਕਿਹਾ ਸੰਤ ਜੀ ਕਿਰਪਾ ਕਰੋ, ਉਹਨਾਂ ਨੇ ਅਰਦਾਸ ਕੀਤੀ, ਚਲੋ ਉਹ ਹੋ ਗਿਆ। ਕਿਹੜਾ ਕੰਮ ਹੋਇਆ ਕਿਹੜਾ ਨਹੀਂ ਹੋਇਆ, ਪਰ ਕੀ ਅਸੀਂ ਇਹ ਫਿਰ ਆਖ ਸਕਾਂਗੇ ਕਿ ਅਸੀਂ ਨੈਕ ਨਾ ਆਨਾ ਵਾਲੇ ਥਾਂ 'ਤੇ ਹਾਂ ਇੱਕ ਤੋਂ ਬਿਨਾਂ? ਇਹਦਾ ਤਾਂ ਅਸੀਂ ਬਹੁਤ ਸਾਰੇ ਥਾਵਾਂ 'ਤੇ ਵੰਡੇ ਹੋਏ ਹਾਂ। ਜਿਹੜੀ ਉਹ ਭਾਵਨਾ ਜਿਹੜੀ ਸਤਿਗੁਰੂ ਪ੍ਰਤੀ ਹੋਣੀ ਹੈ, ਉਹ ਜੇ ਰੱਤੀ ਵੀ ਹੋਰ ਕਿਸੇ 'ਤੇ ਜਾਂਦੀ ਹੈ ਤੇ ਅਸੀਂ ਉਸੇ ਤਰ੍ਹਾਂ ਗਲਤ ਹੋ ਜਾਂਦੇ ਹਾਂ। ਜਿਸ ਤਰ੍ਹਾਂ ਜਿਹੜਾ ਇਹ ਲਿਖਿਆ, ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ। ਜੇ ਛੋਲਿਆਂ ਦੇ ਦਾਣੇ ਨੂੰ ਜਾਂ ਕਣਕ ਦੇ ਦਾਣੇ ਨੂੰ ਜਾਂ ਕਿਸੇ ਵੀ ਹੋਰ ਦਾਣੇ ਨੂੰ, ਬੀਜ ਨੂੰ ਪਾੜ ਕੇ ਦੋ ਕਰ ਦਈਏ, ਉਹ ਕਦੇ ਵੀ ਉਗ ਨਹੀਂ ਸਕਦਾ। ਜੇ ਇੱਕ ਹੋਏਗਾ ਤੇ ਉੱਗੇਗਾ। ਜੇ ਸਾਡੀ ਸਤਿਗੁਰੂ ਪ੍ਰਤੀ ਭਾਵਨਾ ਇੱਕ ਥਾਂ 'ਤੇ ਪੂਰਨ ਪ੍ਰੀਤ ਨਾਲ ਹੋਏਗੀ ਤਾਂ ਸਾਨੂੰ ਕੋਈ ਫਲ ਮਿਲੇਗਾ, ਫਲੀਭੂਤ ਹੋਏਗੀ ਸਾਡੀ ਭਗਤੀ। ਨਹੀਂ ਤੇ ਅਸੀਂ ਆਪਣੇ ਆਪ ਵੱਲ ਵੇਖੀਏ, ਅਸੀਂ ਕਿੰਨੇ ਹੀ ਥਾਵਾਂ 'ਤੇ ਵੰਡੇ ਹੋਏ ਹਾਂ। ਤੇ ਇਸ ਤਰ੍ਹਾਂ ਵੀ ਹੁੰਦਾ ਜੇ ਇਹ ਕੰਮ ਦੀ ਤਕਲੀਫ ਹੋਈ ਹੈ, ਚਲੋ ਫਾਂਡਾ ਕਰਾ ਲਿਆ, ਉਹ ਵੀ ਅਸੀਂ ਇੱਕ ਭਾਵਨਾ ਹੋਰ ਥਾਂ 'ਤੇ ਵੰਡੀ ਹੋਈ ਹੈ। ਕਿ ਇਹ ਸਾਰੀਆਂ ਗੱਲਾਂ ਕਰਨ ਨੂੰ ਸਾਡਾ ਸਤਿਗੁਰੂ ਸਮਰੱਥ ਨਹੀਂ? ਅਸੀਂ ਉਸੇ ਤਰ੍ਹਾਂ ਗਲਤ ਹੋ ਜਾਂਦੇ ਹਾਂ ਜਿਸ ਤਰ੍ਹਾਂ ਇੱਕ ਔਰਤ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਦਾ ਫਰਜ਼ ਬਣਦਾ ਉਹ ਹਰ ਆਪਣੀ ਲੋੜ ਆਪਣੇ ਪਤੀ ਕੋਲੋਂ ਪੂਰੀ ਕਰੇ। ਜਿਹੜੀ ਉਹ ਖੁਸ਼ੀ ਨਾਲ ਲੋੜ ਪੂਰੀ ਕਰਦਾ ਹੋਵੇ ਉਹ 'ਤੇ ਸੰਤੋਖ ਰੱਖੇ। ਜੇ ਸੰਤੋਖ ਨਹੀਂ ਤੇ ਬਿਨ ਸੰਤੋਖ ਭੁੱਖਾ ਨਹੀਂ ਰਾਜਾ, ਕੋਈ ਸੀਮਾ ਨਹੀਂ ਹੁੰਦੀ। ਬਹੁਤ ਸਾਰੀਆਂ ਚੀਜ਼ਾਂ ਉਹ ਹੁੰਦੀਆਂ ਨੇ, ਵਿਅਕਤੀ ਨੂੰ, ਸਿਆਣੇ ਨੂੰ, ਪਤੀ ਨੂੰ ਪਤਾ ਹੈ ਕਿ ਇਹਦੀਆਂ ਮੰਗਾਂ ਠੀਕ ਨਹੀਂ, ਗਲਤ ਨੇ, ਜੇ ਮੈਂ ਪੂਰੀਆਂ ਵੀ ਕਰਾਂ ਇਹਦੇ ਨੁਕਸਾਨ 'ਚ ਨੇ, ਉਹਦੀ ਪੂਰੀ ਨਹੀਂ ਕਰਦਾ। ਇਸੇ ਤਰ੍ਹਾਂ ਹੀ ਸਤਿਗੁਰੂ ਜੋ ਹੈ ਉਹਨੂੰ ਪਤਾ ਵੀ ਇਹ ਮੇਰਾ ਸਿੱਖ ਜਿਹੜੀ ਮੰਗ ਮੰਗਦਾ ਮੈਂ ਇਹਦੀ ਪੂਰੀ ਨਹੀਂ ਕਰਨੀ, ਪਰ ਉਸ ਵਾਸਤੇ ਜੇ ਉਹ ਹੋਰ ਕਿਸੇ ਪਾਸੇ ਧਿਆਨ ਕਰਦਾ, ਹੋਰ ਕਿਸੇ ਅੱਗੇ ਅਰਦਾਸ ਕਰਦਾ, ਭਾਵਨਾ ਰੱਖਦਾ, ਉਸੇ ਤਰ੍ਹਾਂ ਹੀ ਗਲਤ ਹੋ ਜਾਂਦਾ। ਜਿਵੇਂ ਇੱਕ ਔਰਤ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਤੋਂ ਆਪਣੀ ਲੋੜ ਪੂਰੀ ਕਰਦੀ ਹੋਵੇ, ਉਹਨੂੰ ਕੀ ਆਖਿਆ ਜਾਏਗਾ? ਦੁਰਾਚਾਰ ਨਹੀਂ, ਉਹ ਸੀਲਵੰਤੀ ਨਾਰ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੀ ਅਸੀਂ ਵਧੀਆ ਸਿੱਖ ਨਹੀਂ ਹੋ ਸਕਦੇ। ਇਹੋ ਗੱਲਾਂ ਨੇ, ਸਾਨੂੰ ਇਹਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਉਹਨਾਂ ਬਾਰੇ ਜੇ ਕੋਈ ਭੁਲੇਖਾ ਹੋਵੇ ਕਿਸੇ ਤਰ੍ਹਾਂ ਵੀ ਸਿਆਣੇ ਵਿਦਵਾਨਾਂ ਕੋਲੋਂ, ਸੰਤਾਂ ਸਾਧੂਆਂ ਕੋਲੋਂ, ਜਿਹੜੇ ਸਤਿਗੁਰੂ ਨੂੰ ਮੁੱਖ ਰੱਖਦੇ ਹੋਣ, ਉਹਨਾਂ ਕੋਲੋਂ ਇਹਦੇ ਬਾਰੇ ਪੁੱਛਣਾ ਚਾਹੀਦਾ। ਪਰ ਇੱਥੇ ਇੱਕ ਇਹ ਵੀ ਗੱਲ ਹੋਏਗੀ ਕਿ ਸੰਤ ਕੌਣ ਹੈ ਤੇ ਸਾਧ ਕੌਣ ਹੈ, ਉਹਦੀ ਕੀ ਪਰਿਭਾਸ਼ਾ ਹੈ। ਗੁਰਬਾਣੀ ਵਿੱਚ ਬਹੁਤ ਸਾਰੇ ਥਾਵਾਂ 'ਤੇ ਸੰਤ ਤੇ ਸਾਧ ਸ਼ਬਦ ਜਿਹੜਾ ਉਹ ਸਤਿਗੁਰੂ ਦਾ ਵਾਚਕ ਵੀ ਵਰਤਿਆ ਗਿਆ ਹੈ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਸਾਧੂ ਸਤਿਗੁਰ ਜੇ ਮਿਲਾ, ਇਹ ਸਾਰੇ ਕੁਝ ਸਤਿਗੁਰੂ ਦੇ ਵਾਚਕ ਸ਼ਬਦ ਵਰਤੇ ਗਏ ਨੇ। ਪਰ ਗੁਰਬਾਣੀ ਵਿੱਚ ਇੰਨੇ ਥਾਵਾਂ 'ਤੇ ਸੰਤ ਤੇ ਸਾਧੂ ਸ਼ਬਦ ਵਰਤਿਆ ਗਿਆ ਕਿ ਸਾਡੇ ਪ੍ਰਚਾਰਕਾਂ ਨੇ ਉਹ ਸਾਰਾ ਕੁਝ ਇਸ ਥਾਂ 'ਤੇ ਹੀ ਬਹੁਤਾ ਕੁਝ ਲਾਇਆ ਹੋਇਆ ਕਿ ਸੰਤਾਂ ਸਾਧੂਆਂ ਦੀ ਸੇਵਾ ਕਰਨ ਨਾਲ ਇਹ ਕੁਝ ਪ੍ਰਾਪਤ ਹੁੰਦਾ, ਉਹਨਾਂ ਦੀ ਸੇਵਾ ਕਰੋ ਤੁਹਾਨੂੰ ਇਹ ਮਹਾਤਮ ਮਿਲੇਗਾ। ਇਹਦੇ 'ਚ ਮੈਂ ਇਹ ਨਹੀਂ ਬਿਲਕੁਲ ਕਹਿੰਦਾ ਕਿ ਸਿੱਖ ਨੂੰ, ਸੰਤ ਨੂੰ, ਸਾਧੂ ਨੂੰ ਕੋਈ ਸਤਿਕਾਰ ਨਾ ਦਿੱਤਾ ਜਾਏ, ਪਰ ਉੱਥੇ ਮੈਂ ਫੇਰ ਇਹ ਅਰਜ਼ ਕਰਾਂਗਾ ਕਿ ਭਾਵਨਾ ਦਾ ਫਰਕ ਪੈ ਜਾਏਗਾ। ਜੇ ਉੱਥੇ ਇਸ ਭਾਵਨਾ ਨਾਲ ਕੀਤਾ ਗਿਆ ਮੈਂ ਸੰਤਾਂ ਦੀ ਸੇਵਾ ਕਰਾਂ, ਸੰਤ ਜੀ ਹੁਣ ਤੁਹਾਡੀ ਸੇਵਾ ਕੀਤੀ, ਕਿਰਪਾ ਕਰੋ ਮੇਰੇ ਘਰ ਸੁੱਖ ਸ਼ਾਂਤੀ ਹੋਵੇ, ਸਾਡੇ ਕਾਰੋਬਾਰ 'ਚ ਵਾਧਾ ਹੋਵੇ, ਸਾਡੀ ਭਾਵਨਾ ਗਲਤ ਹੋ ਗਈ। ਕੀ ਸਾਡਾ ਸਤਿਗੁਰੂ ਦੇਣ ਨੂੰ ਸਮਰੱਥ ਨਹੀਂ? ਜੇ ਉਸੇ ਸਿੱਖ ਦੀ ਸੇਵਾ, ਸਾਧੂ ਦੀ ਸੇਵਾ ਇਸ ਹਿਸਾਬ ਨਾਲ ਕੀਤੀ ਹੈ, ਸੀਸ ਵੱਡਾ ਕਰ ਬੈਸਣ ਦੀਜੈ, ਕਹਿ ਸਾਹਿਬ ਕੀ ਬਾਤ ਜੇ ਆਖੈ
ਕਹੋ ਨਾਨਕ ਤੇ ਸਿਕਿਆ ਦੀਜੈ, ਸੀਸ ਵੱਡਾ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਕਿ ਉਹ ਮੇਰੇ ਪਿਆਰੇ ਸਤਿਗੁਰੂ ਦੀ ਗੱਲ ਕਰਦਾ ਹੈ, ਇਸ ਕਰਕੇ ਉਹਦੇ ਨਾਲ ਪ੍ਰੇਮ ਹੈ, ਤੇ ਉਹਦੇ ਨਾਲ ਫਿਰ ਇੰਨਾ ਪ੍ਰੇਮ ਹੈ, ਉਹ ਤੋਂ ਇੰਨਾ ਵਾਰਨੇ ਜਾਂਦਾ ਸਿੱਖ ਕਿ ਸੀਸ ਵੱਡਾ ਕਰ ਬੈਸਨ ਦੀਜੈ, ਸਿਰ ਵੱਢ ਕੇ ਵੀ ਉਹਨੂੰ ਬਹਿਣ ਲਈ ਥਾਂ ਦਿੱਤਾ ਜਾਏ, ਬਿਨ ਸਿਰ ਸੇਵ ਕਰੀਜੈ। ਉੱਥੇ ਭਾਵਨਾ ਦਾ ਫਰਕ ਹੋਏਗਾ। ਜੇ ਇਹ ਭਾਵਨਾ ਹੈ, ਇਹਦਾ ਮਤਲਬ ਉਹਦੀ ਸਤਿਗੁਰੂ ਪ੍ਰਤੀ ਇਹ ਭਾਵਨਾ ਹੈ, ਸਤਿਗੁਰੂ ਨਾਲ ਪਿਆਰ ਉਹਦਾ ਇੰਨਾ ਕਿ ਉਹ ਦਰਸਾਉਂਦਾ ਕਿ ਉਹ ਸਿੱਖ ਨਾਲ ਇਸ ਤਰ੍ਹਾਂ ਦਾ ਪਿਆਰ ਹੈ। ਪਰ ਜੇ ਉਹ ਸਿੱਖ ਤੋਂ ਅਸੀਂ ਕੋਈ ਇੱਛਾ ਰੱਖਦੇ ਹਾਂ, ਫਿਰ ਅਸੀਂ ਗਲਤ ਹੋ ਜਾਂਦੇ ਹਾਂ। ਅਤੇ ਸਾਡੇ ਵਿੱਚ ਬਹੁਤ ਸਾਰੇ ਸੰਤ ਸਾਧੂ ਜਿਹੜੇ ਬੜੇ ਪ੍ਰਵਾਨ ਅਤੇ ਬੜੀ ਸੋਹਣੀ ਕਥਾ ਕਰਨ ਵਾਲੇ, ਮੈਂ ਕਿਸੇ ਦਾ ਵੀ ਨਾਂ ਨਹੀਂ ਲਵਾਂਗਾ, ਜਿਹੜਾ ਵੀ ਕੋਈ ਇਸ ਤਰ੍ਹਾਂ ਕਰਦਾ ਹੋਵੇ, ਕਿਰਪਾ ਕਰਕੇ ਉਹ ਨਾ ਆਪਣਾ ਨੁਕਸਾਨ ਕਰਨ, ਨਾ ਬਾਕੀ ਸਿੱਖਾਂ ਦਾ ਕਰਨ। ਕਿਉਂਕਿ ਆਮ ਸਾਧ ਸੰਗਤ ਉਹਨਾਂ ਸੰਤਾਂ ਸਾਧੂਆਂ ਨੇ ਜਦੋਂ ਗੁਰਬਾਣੀ ਦੇ ਪ੍ਰਮਾਣ ਦੇ ਕੇ, ਹੋਰ ਇਤਿਹਾਸ 'ਚੋਂ ਗੱਲਾਂ ਦੱਸ ਕੇ, ਆਪਣੇ ਆਪ ਨੂੰ ਇੱਕ ਚੰਗਾ ਪੇਸ਼ ਕਰਕੇ, ਉਦੋਂ ਬਾਅਦ ਜਿਹੜੀ ਵੀ ਗੱਲ ਕਰਨਗੇ ਉਹਨਾਂ ਦੀ ਸਿੱਖ ਮੰਨਣਗੇ, ਲੋਕੀ ਮੰਨਣਗੇ। ਪਰ ਬੜੇ ਹੀ ਚੰਗੇ ਵਧੀਆ ਸਾਡੇ ਵਿਦਵਾਨ ਵੀ, ਜੇ ਕਿਸੇ ਨੇ ਅਰਜ਼ ਕੀਤੀ ਪੁੱਤਰ ਦੀ, ਹਾਂ ਵੀ ਮੈਂ ਅਰਦਾਸ ਕਰਾਂਗਾ, ਨਾਲ ਹੀ ਥੋੜ੍ਹੀ ਜਿਹੀ ਖੰਡ ਕਰਕੇ ਦੇ ਦੇਣੀ, ਇੰਨੇ ਦਿਨ ਅਰਦਾਸ ਕਰ, ਸੱਚ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕਰ, ਅਤੇ ਇੰਨੇ ਦਿਨਾਂ ਬਾਅਦ ਇਹ ਖੰਡ ਤੂੰ ਖਾਈ। ਉਹ ਕਿਸ ਕਰਕੇ? ਉਹ ਇਸ ਕਰਕੇ ਉਹਨਾਂ ਨੇ ਨਾਲ ਦਿੱਤੀ ਹੁੰਦੀ ਹੈ ਕਿ ਇਹਨੇ ਨਾਲ ਇਹਨਾਂ ਨੂੰ ਇਹ ਬਣਿਆ ਰਹੇ ਵੀ ਇਹ ਪੁੱਤਰ ਦੇਣ, ਇਹਦਾ ਵੀ ਇੰਨਾ ਕੁ ਹਿੱਸਾ ਹੈਗਾ, ਉਹ ਸਾਡਾ ਸ਼ਰਧਾਲੂ ਬਣੇ। ਉਹ ਨਾਲੇ ਦੇ ਸਿੱਖ ਦਾ ਨੁਕਸਾਨ ਹੁੰਦਾ। ਇੱਕੋ ਇੱਕ ਜੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜੇ ਕੁਛ ਵੀ ਦੇਣ ਵਾਲਾ ਤੇ ਉਹ ਸਤਿਗੁਰੂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਮੈਨੂੰ ਉਹ ਤੁਕਾਂ ਤੇ ਨਹੀਂ ਯਾਦ, ਜਿਹਦਾ ਭਾਵ ਇਹ ਹੈ ਕਿ ਜਦੋਂ ਸੂਰਜ ਤਪਦਾ, ਉਹਦੀ ਤਪਸ਼ ਨਾਲ ਰੇਤ ਗਰਮ ਹੁੰਦੀ ਹੈ, ਤੇ ਰੇਤ ਉਹ ਜਿਹੜੀ ਗਰਮੀ ਉਹ ਜੇ ਕਿਸੇ ਦੇ ਪੈਰ ਸੜਦੀ, ਉਹ ਆਪਣੀ ਤਾਕਤ ਸਮਝਦੀ ਹੈ ਵੀ ਮੇਰੇ 'ਚ ਇੰਨੀ ਤਾਕਤ ਹੈ, ਮੈਂ ਇਹਦੇ ਪੈਰ ਸੜਦੀ ਹਾਂ। ਪਰ ਉਹ ਮੂਰਖ ਰੇਤ ਇਹ ਨਹੀਂ ਸੋਚਦੀ ਕਿ ਇਹ ਉਹ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨਾਲ ਮੇਰੇ 'ਚ ਸ਼ਕਤੀ ਆਈ ਹੈ। ਜਦੋਂ ਹੀ ਓਲੇ ਹੋ ਗਈਆਂ, ਉਦੋਂ ਹੀ ਮੇਰੇ ਵਿੱਚ ਉਸ ਕਿਸਮ ਦੀ ਕੋਈ ਵੀ ਨਿੱਜੀ ਸ਼ਕਤੀ ਨਹੀਂ ਹੈਗੀ। ਇਸੇ ਤਰ੍ਹਾਂ ਜੇ ਕਿਸੇ ਸਿੱਖ ਦੀ ਅਰਦਾਸ ਨਾਲ, ਆਖਰ ਸਿੱਖ ਦੀ ਅਰਦਾਸ ਹੀ ਕਰਦਾ, ਕਿਹਦੇ ਅੱਗੇ ਕਰਦਾ? ਸਤਿਗੁਰੂ ਅੱਗੇ ਕਰਦਾ। ਹੇ ਸਤਿਗੁਰੂ ਕਿਰਪਾ ਕਰ, ਫਿਰ ਉਹ ਸਿੱਖ ਨੇ ਕਿਵੇਂ ਦਿੱਤਾ ਹੋਇਆ? ਸਿੱਖ ਦੀ ਇੰਨੀ ਗੱਲ ਹੈ, ਮੇਰੇ ਸਤਿਗੁਰੂ ਦਾ ਪਿਆਰਾ ਸਿੱਖ ਹੈ, ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਦੀ ਸੇਵਾ ਕਰੋ, ਜਿੰਨੀ ਵੀ ਵੱਧ ਤੋਂ ਵੱਧ ਕਰੋ, ਬਹੁਤ ਚੰਗੀ ਹੈ। ਪਰ ਜੇ ਇਸ ਭਾਵਨਾ ਨਾਲ ਕਰਦੇ ਹਾਂ ਕਿ ਸੰਤ ਜੀ ਤੁਸੀਂ ਮੇਰੇ 'ਤੇ ਕਿਰਪਾ ਕਰੋ। ਇੱਕ ਵਾਰੀ ਵੱਡੇ ਠਾਕੁਰ ਜੀ ਨੂੰ ਇੱਥੇ ਕਿਸੇ ਨੇ ਆਖਿਆ, ਮੱਥਾ ਟੇਕਿਆ ਜੀ, ਉਹਨਾਂ ਨੇ ਪੁੱਛਿਆ ਕੀ ਹਾਲ ਹੈ? ਆਪ ਜੀ ਦੀ ਕਿਰਪਾ ਨਾਲ ਬਹੁਤ ਜੀ। ਉਹਨਾਂ ਨੇ ਕਿਹਾ ਨਹੀਂ, ਇਹ ਸ਼ਬਦ ਸਿਰਫ ਸਤਿਗੁਰਾਂ ਵਾਸਤੇ ਹੈ, ਤੁਸੀਂ ਕਹੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਠਾਕ। ਤੇ ਜੇ ਕੋਈ ਇਹ ਗੱਲ ਵੀ ਆਖਦਾ ਇਹ ਕਿਰਪਾ ਕਰੋ, ਨਹੀਂ, ਇਹ ਸਤਿਗੁਰਾਂ ਵਾਸਤੇ ਹੈ, ਇਹ ਆਖੋ ਸੱਚੇ ਪਾਤਸ਼ਾਹ ਹੀ ਕਿਰਪਾ ਕਰਨ। ਜਾਂ ਵੱਧ ਤੋਂ ਵੱਧ ਤੁਸੀਂ ਇਹ ਕਹਿ ਸਕਦੇ ਹੋ, ਸੰਤ ਜੀ ਤੁਸੀਂ ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਨ। ਪਰ ਸੰਤਾਂ ਕੋਲੋਂ ਕਦੇ ਵੀ ਇਹ ਮੰਗ ਨਾ ਮੰਗੋ, ਤੇ ਸੰਤ ਵੀ ਲੋਕਾਂ ਨੂੰ ਇਸ ਭੁਲੇਖੇ 'ਚ ਨਾ ਪਾਉਣ। ਇਦੋਂ ਅਗਲੀ ਗੱਲ ਰਹੀ ਤੀਰਥ ਦੀ। ਸੱਚੇ ਪਾਤਸ਼ਾਹ ਨੇ ਇੱਕ ਦਿਨ ਬਚਨ ਕੀਤਾ, ਹੁਣ ਸਾਡੇ 'ਚ ਇਹ ਸਰੋਵਰ ਵੀ ਹੈਗਾ, ਜੀਵਨ ਨਗਰ ਵੀ ਸਰੋਵਰ ਹੈ, ਹੋਰ ਵੀ ਪਿਛਲੇ ਗੁਰੂ ਸਾਹਿਬਾਨ ਦੇ ਵੀ ਬਹੁਤ ਸਾਰੇ ਤੀਰਥ ਨੇ, ਅਸੀਂ ਉੱਥੇ ਜਾਂਦੇ ਵੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਨੇ, ਸਰੋਵਰ 'ਚ ਆਪਣਾ ਚਰਨ ਪਾਉਂਦੇ ਨੇ, ਇਸ਼ਨਾਨ ਕਰਦੇ ਨੇ, ਅਸੀਂ ਵੀ ਕਰਦੇ ਹਾਂ, ਸਾਨੂੰ ਹੁਕਮ ਵੀ ਕਰਦੇ ਨੇ। ਸਤਿਗੁਰੂ ਰਾਮ ਸਿੰਘ ਜੀ ਨੇ ਇਹ ਵੀ ਹੁਕਮ ਕੀਤਾ ਕਿ ਇੱਥੇ 68 ਤੀਰਥਾਂ ਦਾ ਫਲ ਪਾਇਆ। ਪਰ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਕੀਤਾ ਸੀ ਕਿ ਜੇ ਤੀਰਥ 'ਤੇ ਜਾ ਕੇ, ਸਰੋਵਰ 'ਤੇ ਜਾ ਕੇ, ਭੈਣੀ ਸਾਹਿਬ ਵੀ ਇੱਥੇ ਬਚਨ ਕੀਤਾ, ਇਹ ਭਾਵਨਾ ਹੈ ਕਿ ਇੱਥੇ ਮੇਰੇ ਦੁੱਖ ਦਲਿੱਦਰ ਦੂਰ ਹੋਣ, ਤੇ ਉਹ ਛੱਪੜ ਨਾਤੇ ਸਗਲੀ ਮਲ ਲਾਏ ਵਾਲੀ ਗੱਲ ਹੀ ਹੋ ਜਾਂਦੀ ਹੈ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਾਤੇ ਸਗਲੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਦਿੜਾਏ। ਜੇ ਇਸ ਭਾਵਨਾਵਾਂ ਨਾਲ ਗਏ, ਅਸੀਂ ਵੀ ਗਲਤ ਹੋ ਗਏ, ਕੁਛ ਪ੍ਰਾਪਤ ਵੀ ਨਹੀਂ ਹੋਇਆ, ਦੋ ਫਾੜ ਵੀ ਹੋ ਗਏ। ਜਦੋਂ ਇੱਕ ਭਾਵਨਾ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਏਕ ਬਿਨਾ ਮਨ ਨਾਇਕ ਨਾਨਾ, ਜਦੋਂ ਉਹ ਪਾਟ ਗਈ, ਕਿਸੇ ਵੀ ਦੂਸਰੇ ਥਾਂ 'ਤੇ ਰੱਤੀ ਵੀ ਹੋ ਗਈ, ਸਾਡਾ ਭਜਨ ਬਾਣੀ ਫਲੀਭੂਤ ਨਹੀਂ ਹੋ ਸਕੇਗਾ, ਨਹੀਂ ਉੱਗ ਸਕੇਗਾ। ਅਸੀਂ ਜੀਵਨ ਵਿੱਚ ਜੋ ਕੁਝ ਸਤਿਗੁਰੂ ਦੇ ਚਰਨਾਂ 'ਚ ਆ ਕੇ ਪ੍ਰਾਪਤ ਕਰਨਾ ਨਹੀਂ ਕਰ ਸਕਾਂਗੇ। ਪਰ ਸੱਚੇ ਪਾਤਸ਼ਾਹ ਇਹ ਹੁਕਮ ਕੀਤਾ, ਜੇ ਉੱਥੇ ਸਿੱਖ ਇਸ ਭਾਵਨਾ ਨਾਲ ਇਸ਼ਨਾਨ ਕਰਨ ਜਾਂਦਾ, ਇੱਥੇ ਮੇਰੇ ਪਿਆਰੇ ਸਤਿਗੁਰੂ ਨੇ ਚਰਨ ਪਾਏ ਨੇ, ਉਹਦਾ ਸਤਿਗੁਰਾਂ ਵੱਲ ਧਿਆਨ ਹੈ, ਇਸ ਕਰਕੇ ਇਹ ਥਾਂ ਪਵਿੱਤਰ ਹੈ। ਤੇ ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੇਰੇ ਕਸ਼ਟ ਦੀ ਨਿਵਰਤੀ ਕਰੋ। ਉਹ ਸਤਿਗੁਰੂ ਤੇ ਭਾਵਨਾ ਚਲੀ ਗਈ, ਫਿਰ ਉਹ ਇਸ਼ਨਾਨ ਕੀਤਾ ਵੀ ਠੀਕ ਹੋ ਗਿਆ। ਸਿੱਖੀ ਵਿੱਚ ਸਾਰਾ ਕੁਝ ਸਿਰਫ ਭਾਵਨਾ ਨਾਲ। ਇੱਕ ਵਾਰੀ ਸੱਚੇ ਪਾਤਸ਼ਾਹ ਨੇ ਇੱਥੇ ਅੱਸੂ ਦੇ ਮੇਲੇ ਦੇ ਭੋਗ ਤੇ ਬਚਨ ਕੀਤਾ ਸੀ ਕਿ ਸਾਧ ਸੰਗਤ ਜੀ, ਇੱਥੇ ਬਹੁਤ ਸਾਰੇ ਸਿੱਧੀਆਂ ਪੱਗਾਂ ਵਾਲੇ, ਸੋਧਾਂ ਰੱਖਣ ਵਾਲੇ, ਨਾਮਧਾਰੀ ਕੱਪੜਿਆਂ ਵਾਲੇ, ਬਹੁਤ ਸਾਰੇ ਟੇਢੀਆਂ ਪੱਗਾਂ ਵਾਲੇ, ਬਹੁਤ ਸਾਰੇ ਦਾੜੀਆਂ ਕੱਟੀਆਂ ਵਾਲੇ, ਸਹਿਜਧਾਰੀ, ਹਰ ਤਰ੍ਹਾਂ ਦੇ ਵਿਅਕਤੀ ਆਉਂਦੇ ਨੇ, ਪਰ ਇੱਥੇ ਫਲ ਭਾਵਨਾ ਨੂੰ ਲੱਗਦਾ ਹੈ। ਸ਼ਾਇਦ ਇਸ ਬਚਨ ਦੀ ਜੇ ਇਸ ਤਰ੍ਹਾਂ ਵਿਆਖਿਆ ਕੀਤੀ ਜਾਏ ਕਿ ਇੱਕ ਸੋਧ ਰੱਖਣ ਵਾਲਾ ਵੀ ਵਿਅਕਤੀ, ਇੱਕ ਨਾਮਧਾਰੀ ਪਹਿਰਾਵੇ 'ਚ ਵੀ ਰਹਿਣ ਵਾਲਾ, ਜੱਦੀ ਪੁਸ਼ਤੀ ਵੀ ਨਾਮਧਾਰੀ, ਉਹ ਭਜਨ ਬਾਣੀ ਵੀ ਕਰਦਾ, ਸਾਰਾ ਕੁਝ ਕਰਦਾ। ਪਰ ਜਿਹੜਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਹੁਕਮ ਕੀਤਾ ਸੀ ਕਿ ਜੇ ਸਤਿਗੁਰੂ ਦੀ ਰਜਾ ਅੱਗੇ ਅਸੀਂ ਇਹ ਕਰਦੇ ਹਾਂ, ਜੇ ਇਹ ਹੈ, ਇਉਂ ਨਹੀਂ, ਇਉਂ ਚਾਹੀਦਾ, ਇਉਂ ਨਹੀਂ ਚਾਹੀਦਾ, ਤਾਂ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਇਹ ਮਨਮੁਖ ਹੈ, ਉਹ ਰਹਿਤ ਨਹੀਂ, ਉਹ ਗਲਤ ਹੈ। ਇੱਕ ਹੀ ਗਲਤ ਹੋ ਗਿਆ, ਬਣੀ ਹੋਈ ਖੀਰ ਚੀਨਾ ਕੋ ਗੋਹਾ ਪਾਤਾ, ਸਾਰੀ ਖਤਮ ਹੋ ਗਈ। ਜੇ ਸਤਿਗੁਰੂ ਪ੍ਰਤੀ ਇਹ ਭਾਵਨਾ ਹੋ ਗਈ, ਸਾਰਾ ਕੁਝ ਨਾਮਧਾਰੀ ਪਹਿਰਾਵਾ, ਸਿੱਖੀ ਜੀਵਨ, ਸਾਰਾ ਕੁਝ ਖਤਮ ਹੋ ਗਿਆ। ਜੇ ਉਹਦੀ ਇਹ ਭਾਵਨਾ ਹੈ, ਜਿਹੜਾ ਸੱਚ ਪਾਤਸ਼ਾਹ ਇਹ ਬਚਨ ਕੀਤਾ ਕਿ ਫਲ ਭਾਵਨਾ ਨੂੰ ਲੱਗਦਾ। ਪਰ ਇੱਕ ਵਿਅਕਤੀ, ਉਹਨੇ ਭਜਨ ਵੀ ਨਹੀਂ ਪੁੱਛਿਆ ਹੋਇਆ, ਉਹ ਸਿੱਖ ਵੀ ਨਹੀਂ, ਪਰ ਉਹ ਸਤਿਗੁਰੂ ਪ੍ਰਤੀ ਪਵਿੱਤਰ ਭਾਵਨਾ ਨਾਲ ਆਉਂਦਾ ਹੈ। ਉਹਨੇ ਇਹਨਾਂ ਦਾ ਕੁਛ ਜਸ ਸੁਣਿਆ ਹੈ, ਇਹਨਾਂ ਤੋਂ ਕਿਸੇ ਉਸ ਤਰ੍ਹਾਂ ਦੀ ਆਸ ਰੱਖ ਕੇ ਮੇਰੇ 'ਤੇ ਕਿਰਪਾ ਕਰਨ, ਮੇਰੇ 'ਤੇ ਬਖਸ਼ਿਸ਼ ਕਰੋ, ਦਇਆ ਕਰੋ, ਮੇਰੇ ਕਸ਼ਟਾਂ ਦੀ ਨਿਵਰਤੀ ਹੋਵੇ, ਪਵਿੱਤਰ ਭਾਵਨਾ ਨਾਲ ਆਉਂਦਾ, ਉਹ ਸਿੱਖ ਨਾਲੋਂ ਚੰਗਾ। ਇਸ ਕਰਕੇ ਸਾਨੂੰ ਚਾਹੀਦਾ ਅਸੀਂ ਭਾਵਨਾ ਨੂੰ ਆਪਣੀ ਨੂੰ ਪਵਿੱਤਰ ਕਰੀਏ, ਉਹਦੇ 'ਚ ਕਿੰਤੂ ਪਰੰਤੂ ਦੀ ਮੈਲ ਨਾ ਹੋਵੇ। ਜੇ ਸਤਿਗੁਰੂ ਦੇ ਚਰਨਾਂ 'ਚ ਆ ਕੇ
ਉਹਦੇ ਹੁਕਮਾਂ ਅੱਗੇ ਕਿੰਤੂ ਪ੍ਰੰਤੂ ਦੀ ਮਹਿਲ ਹੋਏਗੀ, ਅਸੀਂ ਮਨਮੁਖ ਹੋ ਜਾਵਾਂਗੇ। ਤੇ ਮਨਮੁਖ ਬਾਰੇ ਅਸੀਂ ਗੁਰਬਾਣੀ 'ਚ ਕਿੰਨਾ ਹੀ ਪੜ੍ਹੀਏ, ਬਹੁਤ ਸਾਰਾ ਕੁਝ ਵਿਆਖਿਆ ਨਾਲ ਲਿਖਿਆ ਹੋਇਆ। ਮਨਮੁਖ ਆਵੈ ਮਨਮੁਖ ਜਾਏ, ਮਨਮੁਖ ਫਿਰ ਚੋਟਾ ਖਾਏ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜਿਹੜਾ ਮਨਮੁਖ ਹੋਏਗਾ ਉਹ ਇੱਥੇ ਵੀ ਦੁਖੀ ਰਹੇਗਾ, ਅੱਗੇ ਵੀ ਦੁਖੀ ਹੋਏਗਾ, ਅੱਗੇ ਨਰਕਾਂ ਦਾ ਭਾਗੀ ਹੋਏਗਾ। ਨਿੰਦ ਆਰੋਪ ਦੋਸ ਮਰ ਜਾਹੀ, ਸੰਤਿਆਨ ਸਿਮਰਨ ਲਿਖਿਆ, ਇਤ ਦੁੱਖ ਉਤ ਨਰਕੈ ਦੁੱਖ ਪਾਹੀ। ਜੇ ਅਸੀਂ ਸਤਿਗੁਰੂ ਪ੍ਰਤੀ ਕਿੰਤੂ ਪ੍ਰੰਤੂ ਕਰਾਂਗੇ, ਜੇ ਸਾਡੀ ਭਾਵਨਾ ਦੋ ਹੋ ਜਾਏਗੀ, ਉਹ ਪਾਟ ਜਾਏਗੀ, ਥੋੜੀ ਜਿਹੀ ਵੀ ਕਿਸੇ ਹੋਰ ਥਾਂ ਤੇ ਵੰਡੀ ਜਾਏਗੀ, ਫਿਰ ਉਹ ਫਲੀਭੂਤ ਕੀ ਹੋਣੀ ਹੈ, ਅਸੀਂ ਇੱਥੇ ਵੀ ਤੇ ਅੱਗੇ ਵੀ ਦੁਖੀ ਰਵਾਂਗੇ। ਪਰ ਜੇ ਉਹ ਇੱਕ ਹੋ ਗਈ, ਫਿਰ ਲੋਕ ਸੁਖੀ ਪਰਲੋਕ ਸੁਹੇਲੇ ਦੀ ਪ੍ਰਾਪਤੀ ਕਰ ਸਕਾਂਗੇ। ਜਿੱਥੋਂ ਤੱਕ ਸ਼ਹੀਦੀਆਂ ਦੀ ਗੱਲ ਹੈ, ਉਹ ਵੀ ਸ਼ਹੀਦੀਆਂ ਦਿੱਤੀਆਂ ਵੀ ਜਾਣ, ਸਾਰਾ ਕੁਝ ਹੋਵੇ, ਪਰ ਇਹ ਸਾਰੇ ਕੁਝ ਦੀ ਭਾਵਨਾ ਨੂੰ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਤੇ ਬਖਸ਼ਿਸ਼ ਕਰੋ। ਜਾਂ ਜੇ ਅਸੀਂ ਇਹ ਅਰਦਾਸ ਵੀ ਕਰਦੇ ਹਾਂ ਸ਼ਹੀਦੀ ਪਹਿਰੇ ਬਖਸ਼ੋ ਅੰਗ ਸੰਗ ਸਹਾਈ ਹੋ, ਪਰ ਉਹ ਸ਼ਹੀਦੀ ਪਹਿਰੇ ਬਖਸ਼ਣ ਵਾਲਾ ਕੌਣ ਹੈ? ਜੇ ਕੋਟ ਸੈਂਡ ਸੰਗ ਸੋਭ, ਜਿਹਦੇ ਨਾਲ ਕਰੋੜਾਂ ਹੀ ਸੈਨਾ ਸੋਭਦੀਆਂ ਨੇ ਗੁਪਤ, ਉਹ ਕੌਣ ਹੈ? ਉਹ ਸਤਿਗੁਰੂ ਹੈ। ਉਹ ਕਿਹਦੇ ਹੁਕਮ ਨਾਲ ਚੱਲਦੀਆਂ ਨੇ? ਸਤਿਗੁਰੂ ਦੇ ਹੁਕਮ ਨਾਲ ਚੱਲਦੀਆਂ ਨੇ। ਜੇ ਉਹਨਾਂ ਦੀ ਅਸੀਂ ਨਿੱਜੀ ਭਗਤੀ ਕਰਨੀ ਵੀ ਵੱਖਰੀ ਸ਼ੁਰੂ ਕਰ ਦਈਏ ਕਿ ਇਹ ਤਾਂ ਮੈਂ ਸ਼ਹੀਦੀ ਸੁਖੀ ਸ਼ਹੀਦਾਂ ਨੇ ਕਿਰਪਾ ਕੀਤੀ ਹੈ, ਉਹ ਨਾ ਕਰ ਹੀ ਸਕਦੇ ਨੇ ਵੱਖਰੀ ਸਤਿਗੁਰੂ ਦੇ ਹੁਕਮ ਤੋਂ ਬਿਨਾਂ। ਤੇ ਉਹ ਇੱਕ ਉਹ ਪਵਿੱਤਰ ਆਤਮਾ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਗਈਆਂ ਹੁੰਦੀਆਂ ਨੇ ਸਤਿਗੁਰੂ ਦੇ ਚਰਨਾਂ 'ਚ। ਉਹਦੇ ਨਾਲ ਗੁਪਤ ਫੌਜਾਂ ਜਿਹੜੀਆਂ ਵਿਚਰਦੀਆਂ ਨੇ, ਜੇ ਸਤਿਗੁਰੂ ਦੇ ਹੁਕਮ ਨਾਲ ਕਿਤੇ ਉਹ ਕਿਸੇ ਦੀ ਸਹਾਇਤਾ ਹੁੰਦੀ, ਉਹ ਹੁਕਮ ਨਾਲ ਹੀ ਹੁੰਦੀ ਹੈ। ਇਸ ਕਰਕੇ ਸਾਡੀ ਭਾਵਨਾ ਉਹ ਵੀ ਸਤਿਗੁਰੂ ਦੀ ਚਾਹੀਦੀ ਹੈ, ਤੂੰ ਬਖਸ਼ਿਸ਼ ਕਰ ਮੇਰੀ ਕਿਸੇ ਤਰ੍ਹਾਂ, ਇਸ ਤਰ੍ਹਾਂ ਸਹਾਇਤਾ ਕਰ। ਗੁਰੂ ਗੋਬਿੰਦ ਸਿੰਘ ਜੀ ਇਦੋਂ ਅੱਗੇ ਲਿਖਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਪੂਲ ਨਾ ਮੰਨ। ਜਿਹੜਾ ਅਸੀਂ ਆਪਣਾ ਬਹੁਤ ਸਾਰੇ ਟੂਣਿਆਂ ਤੋਂ ਡਰਦੇ ਨੇ, ਭੂਤਾਂ ਪ੍ਰੇਤਾਂ ਤੋਂ, ਮੜੀਆਂ ਤੇ ਜਾਂਦੇ ਨੇ, ਜਾਂ ਉਹ ਹੱਥ ਹੌਲੇ ਕਰਾਉਂਦੇ ਨੇ, ਇਹ ਸਾਰੀਆਂ ਗੱਲਾਂ ਮੈਂ ਬਚਾਂ ਨਾ ਬਚਾਂ, ਆਖਰ ਹਰ ਇੱਕ ਨੇ ਮਰ ਜਾਣਾ, ਅੱਜ ਨਹੀਂ ਤਾਂ ਕੱਲ੍ਹ ਨੂੰ। ਪਰ ਜੇ ਮੈਂ ਆਪਣੇ ਸਤਿਗੁਰੂ ਪ੍ਰਤੀ ਇਹ ਪਵਿੱਤਰ ਭਾਵਨਾ ਰੱਖ ਕੇ ਮਰਾਂਗਾ ਵੀ ਹੇ ਸਤਿਗੁਰੂ, ਜੇ ਤੇਰੀ ਰਜਾ ਹੈ ਮੈਂ ਇਸ ਸੰਕਟ 'ਚ ਹਾਂ, ਜੇ ਤੇਰੀ ਰਜਾ ਤੂੰ ਬਚਾ ਲੈ, ਨਹੀਂ ਤੇਰੀ ਰਜਾ ਮੈਨੂੰ ਮਰਨਾ ਵੀ ਮਨਜ਼ੂਰ ਹੈ। ਪਰ ਉਹ ਜੀਵਨ ਦਾ ਵੀ ਕੀ ਫਾਇਦਾ ਜੇ ਸਤਿਗੁਰੂ ਦੀ ਰਜਾ ਤੋਂ ਬਿਨਾਂ ਜਿਉਂ ਵੀ ਲਿਆ। ਜੇ ਕੋਈ ਐਸੀ ਸ਼ਕਤੀ ਹੋਵੇ ਵੀ ਜਿਹਨੇ ਸਾਨੂੰ ਟੂਣਾ ਟੱਪਾ ਕਰਕੇ, ਕੋਈ ਹੱਥ ਹੌਲਾ ਕਰਕੇ ਉਸ ਤਕਲੀਫ ਤੋਂ ਛੁਟਕਾਰਾ ਦੇ ਵੀ ਦਿੱਤਾ, ਫਿਰ ਅਸੀਂ ਸਤਿਗੁਰੂ ਦੇ ਤਾਂ ਨਾ ਰਹੇ। ਅਸੀਂ ਸਿੱਖ ਹਾਂ, ਸਾਡਾ ਇੱਕੋ ਇੱਕ ਫਰਜ਼, ਅਸੀਂ ਇੱਕ ਦੇ ਰਹੀਏ ਤੇ ਉਹਦੇ ਇੱਕ ਦੇ ਇਸ ਤਰ੍ਹਾਂ ਹੋ ਕੇ ਰੱਖੀਏ ਸਾਡੀ ਭਾਵਨਾ ਕਿਤੇ ਪਾਟੇ ਨਾ, ਉਹ ਦੂਸਰੇ ਥਾਂ ਦੇ ਰੱਤੀ ਵੀ ਨਾ ਹੋਵੇ। ਜਿਹੜਾ ਪੂਰਨ ਪ੍ਰੇਮ ਪ੍ਰਤੀਤ, ਪੂਰਨ ਪ੍ਰੇਮ ਤੇ ਪ੍ਰਤੀਤ ਜਿਹਨੂੰ ਹੋ ਜਾਏ, ਉਹਨੂੰ ਪੂਰਨ ਗਿਆਨ ਆਪੇ ਹੋ ਜਾਂਦਾ ਹੈ। ਬਹੁਤ ਵੱਡੀ ਗੱਲ ਹੈ। ਪਰ ਜੇ ਅਸੀਂ ਉੱਥੋਂ ਤੱਕ ਸਾਰੇ ਨਹੀਂ ਵੀ ਪਹੁੰਚ ਸਕਦੇ, ਪਰ ਉਸ ਮਾਰਗ ਦੇ ਤੇ ਪਾਂਧੀ ਬਣਨਾ ਚਾਹੀਦਾ। ਇਹ ਤਾਂ ਨਹੀਂ ਕਿ ਜੇ ਉਧਰ ਨੂੰ ਨਹੀਂ ਪਹੁੰਚ ਸਕਦੇ ਅਸੀਂ ਦੂਸਰੇ ਪਾਸੇ ਨੂੰ ਅਪਣਾ ਲਈਏ, ਅਸੀਂ ਨਰਕਾਂ ਦਾ ਰਾਹ ਅਪਣਾ ਲਈਏ, ਇਸ ਤਰ੍ਹਾਂ ਨਹੀਂ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹ ਏਕ ਪਛਾਨਾ। ਤੀਰਥਾਂ ਤੇ ਵੀ ਜਾਏ, ਦਾਨ ਵੀ ਕਰੇ, ਦਇਆ ਵੀ ਕਰੇ, ਤਪ ਵੀ ਕਰੇ, ਸੰਜਮ ਵੀ ਕਰੇ, ਪਰ ਇਹ ਸਾਰਾ ਕੁਝ ਕਰਕੇ ਵੀ ਇਸ ਤੋਂ ਇਹ ਆਸ ਨਾ ਰੱਖੇ ਕਿ ਇਹ ਕਰਨ ਨਾਲ ਮੈਨੂੰ ਕੁਝ ਪ੍ਰਾਪਤੀ ਹੋਏਗੀ। ਸਤਿਗੁਰੂ ਰਾਮ ਸਿੰਘ ਜੀ ਇਹ ਹੁਕਮ ਕੀਤਾ ਸੀ, ਭਜਨ ਬਾਣੀ ਭਾਵੇਂ ਥੋੜਾ ਵੀ ਹੋਵੇ ਬਖਸ਼ ਬਹੁਤੀ ਮੰਗੇ। ਕਿਉਂਕਿ ਜੇ ਬਹੁਤ ਸਾਰਾ ਭਜਨ ਬਾਣੀ ਕਰਕੇ ਹੰਕਾਰ ਆ ਗਿਆ ਤਾਂ ਉਹ ਇਸੇ ਤਰ੍ਹਾਂ ਹੋ ਗਿਆ ਜਿਵੇਂ ਖੀਰ ਦੇ ਵਿੱਚ ਤੁਸੀਂ ਗੋਹਾ ਪਾ ਦਿੱਤਾ। ਇਸ ਗੱਲ ਤੋਂ ਬਹੁਤ ਬਚਣ ਦੀ ਲੋੜ ਹੈ। ਇਹ ਬਹੁਤ ਜ਼ਰੂਰੀ ਹੈ ਕਿ ਇਹ ਇੰਨਾ ਸਾਰਾ ਕੁਝ ਕਰਦਿਆਂ ਹੋਇਆਂ ਵੀ ਇਹ ਕਰੇ ਕਾਹਦੇ ਨਾਲ ਕਰੇ? ਪ੍ਰੇਮ ਨਾਲ ਕਰੇ। ਜਦੋਂ ਅਸੀਂ ਪ੍ਰੇਮ ਨਾਲ ਕਰਦੇ ਹਾਂ ਉਦੋਂ ਕਰਨਾ ਨਹੀਂ ਪੈਂਦਾ, ਆਪੇ ਹੁੰਦਾ। ਜਦੋਂ ਅਸੀਂ ਪ੍ਰੇਮ ਤੋਂ ਬਿਨਾਂ ਕਰਾਂਗੇ ਉਦੋਂ ਅਸੀਂ ਡਿੱਗ ਪਵਾਂਗੇ। ਉਹ ਇਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਬੱਚੀ ਇੱਕ ਪਹਾੜ ਤੇ ਚੜ੍ਹ ਰਹੀ ਹੈ, ਉਹਨੇ ਆਪਣੇ ਛੋਟੇ ਜਿਹੇ ਵੀਰ ਨੂੰ ਚੁੱਕਿਆ ਹੋਇਆ, ਇੱਕ ਹੋਰ ਸਾਧੂ ਉਹਨੇ ਬਿਸਤਰਾ ਚੁੱਕਿਆ ਹੋਇਆ, ਉਹ ਕਿਸੇ ਤੀਰਥ ਯਾਤਰਾ ਨੂੰ ਜਾ ਰਿਹਾ, ਬਹੁਤ ਗਰਮੀ ਲੱਗੀ ਹੋਈ ਹੈ, ਦੋਵੇਂ ਪਹਾੜੀ ਚੜ੍ਹਦੇ ਥੱਕੇ ਹੋਏ ਨੇ, ਮੁੜਕੀ ਹੋਏ ਨੇ। ਉਹ ਸਾਧੂ ਅੱਗੇ ਜਾ ਕੇ ਬੱਚੀ ਨੂੰ ਕਹਿੰਦੇ ਨੇ, ਬੇਟੀ ਤੂੰ ਥੱਕ ਗਈ ਹੋਏਂਗੀ, ਤੂੰ ਬਹੁਤ ਭਾਰ ਚੁੱਕਿਆ। ਉਹਨੇ ਆਖਿਆ, ਨਹੀਂ ਸੰਤ ਜੀ, ਭਾਰ ਤਾਂ ਤੁਸੀਂ ਚੁੱਕਿਆ, ਮੈਂ ਤਾਂ ਆਪਣੇ ਛੋਟੇ ਵੀਰ ਨੂੰ ਚੁੱਕਿਆ। ਜੇ ਉਸ ਨੂੰ ਤਰਾਜੂ ਤੇ ਉਹਨੂੰ ਤੱਕੜੀ ਤੇ ਤੋਲਿਆ ਜਾਏਗਾ, ਉਸ ਬਿਸਤਰੇ ਦਾ ਵੀ ਭਾਰ ਹੋਏਗਾ, ਉਸ ਬੱਚੇ ਦਾ ਵੀ ਭਾਰ ਹੋਏਗਾ। ਪਰ ਜੇ ਅਸੀਂ ਉਹਨੂੰ ਪ੍ਰੇਮ ਦੀ ਕਸਵੱਟੀ ਤੇ ਹਿਰਦੇ ਦੀ ਕਸਵੱਟੀ ਤੇ ਤੋਲਾਂਗੇ, ਉਸ ਬੱਚੇ ਦਾ ਕੋਈ ਭਾਰ ਨਹੀਂ ਹੋਏਗਾ, ਕਿਉਂਕਿ ਉਹਨੂੰ ਆਪਣੇ ਵੀਰ ਨਾਲ ਪ੍ਰੇਮ ਹੈ। ਉਸ ਬਿਸਤਰੇ ਦਾ ਭਾਰ ਹੋਏਗਾ, ਉਹਦੇ ਸ਼ਾਇਦ ਕੁਛ ਹੰਕਾਰ ਵੀ ਹੋਏਗਾ, ਮੈਂ ਕਿੰਨੇ ਕਠਿਨ ਤਪ ਕਰਦਾ ਵਾਂ, ਕਿੰਨੀ ਦੂਰ ਦੂਰ ਜਾ ਕੇ ਤੀਰਥ ਯਾਤਰਾ ਕਰਦਾ ਵਾਂ। ਇਸੇ ਤਰ੍ਹਾਂ ਹੀ ਅਸੀਂ ਇਹ ਜਪ ਤਪ ਸੰਜਮ ਭਜਨ ਬਾਣੀ ਸਾਰਾ ਕੁਝ ਕਰਦਿਆਂ ਹੋਇਆਂ ਵੀ ਇਹ ਪ੍ਰੇਮ ਨਾਲ ਕਰੀਏ। ਜੋ ਕੁਛ ਕਰਨਾ ਉਹ ਸਤਿਗੁਰੂ ਪ੍ਰਤੀ ਸਮਰਪਿਤ ਭਾਵਨਾ ਨਾਲ ਪ੍ਰੇਮ ਨਾਲ ਕਰਨਾ। ਜੋ ਕੁਛ ਤੋਂ ਮੰਗਣਾ ਕਿਸੇ ਸ਼ਰਤ ਨਾਲ ਨਹੀਂ, ਕਿਉਂਕਿ ਗੁਰਬਾਣੀ ਵਿੱਚ ਲਿਖਿਆ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕਰੋੜਾਂ 'ਚੋਂ ਕੋਈ ਵਿਰਲਾ ਸੇਵਕ ਹੁੰਦਾ, ਬਹੁਤੇ ਵਿਵਹਾਰੀ ਹੁੰਦੇ ਨੇ। ਵਿਵਹਾਰੀ ਕਿਵੇਂ? ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਇੰਨਾ ਭਜਨ ਬਾਣੀ ਕਰਾਂਗਾ, ਇੰਨੇ ਜਪ ਤਪ ਕਰਾਂਗਾ, ਇੰਨਾ ਦਸਵੰਧ ਦਿਆਂਗਾ, ਇੰਨੀ ਭੇਟਾ ਕਰਾਂਗਾ, ਮੇਰਾ ਇਹ ਕੰਮ ਹੋ ਜਾਏ। ਇਹ ਠੀਕ ਹੈ, ਬਹੁਤ ਸਾਰੇ ਆਮ ਇਸ ਤਰ੍ਹਾਂ ਚੱਲਦਾ। ਪਰ ਉਦੋਂ ਚੰਗੀ ਗੱਲ ਇਹ ਹੈ ਕਿ ਜੋ ਕੁਛ ਕਰਨਾ ਉਹ ਸਾਡਾ ਸਤਿਗੁਰੂ, ਸਾਡਾ ਜੀਵਨ ਦਾਤਾ ਹੈ, ਸਾਡਾ ਸਭ ਕੁਝ ਹੋਏ। ਇਹ ਹਲਤ ਪਲਤ ਦੇ ਸਵਾਰਨ ਵਾਲਾ ਹੋਏ। ਇਹ ਜੀਵਨ ਉਹਨੇ ਦਿੱਤਾ, ਇੱਥੇ ਸੁੱਖ ਦੁੱਖ ਉਹਦੇ ਬਖਸ਼ੇ ਹੋਏ ਨੇ, ਇਦੋਂਗਾ ਸਾਨੂੰ ਉਹਨੇ ਸਾਂਭਣਾ। ਇਸ ਕਰਕੇ ਸਾਡਾ ਫਰਜ਼ ਹੀ ਬਣਦਾ ਜੋ ਕੁਛ ਕਰਨਾ ਪ੍ਰੇਮ ਨਾਲ ਕਰੋ, ਕਿਸੇ ਸ਼ਰਤ ਨਾਲ ਨਹੀਂ। ਜੋ ਕੁਛ ਮੰਗਣਾ ਫਿਰ ਤੁਹਾਨੂੰ ਮੰਗਣਾ ਨਹੀਂ ਪਏਗਾ, ਤੁਹਾਨੂੰ ਆਪ ਪ੍ਰਾਪਤ ਹੋਏਗਾ, ਕਿਉਂਕਿ ਜਦੋਂ ਤੁਸੀਂ ਸੇਵਕ ਬਣ ਜਾਓਗੇ। ਇਸ ਕਰਕੇ ਆਪਾਂ ਇਹ ਯਤਨ ਕਰੀਏ ਕਿ ਇਹ ਸਾਰੇ ਭਜਨ ਬਾਣੀ ਜਪ ਤਪ ਸੋਧ ਰੱਖਦਿਆਂ ਹੋਇਆਂ ਵੀ
ਕਿਸੇ ਗੱਲ ਦੀ ਟੇਕ ਨਾ ਰੱਖੀਏ। ਟੇਕ ਇੱਕ ਕੇਵਲ ਸਤਿਗੁਰੂ ਦੀ, ਇੱਕ ਉਹਦੀ ਬਖਸ਼ਿਸ਼ ਦਾ ਆਸਰਾ। ਜੇ ਉਹਦੀ ਬਖਸ਼ਿਸ਼ ਦੇ ਆਸਰੇ ਹੋਵਾਂਗੇ ਫਿਰ ਉਹ ਸਿੱਖ ਨੂੰ ਡਿੱਗਣ ਦਾ ਕੋਈ ਇਸ ਤਰ੍ਹਾਂ ਦਾ ਚਾਂਸ ਨਹੀਂ ਰਹਿੰਦਾ। ਜੇ ਅਸੀਂ ਇਸ ਤਰ੍ਹਾਂ ਕਰ ਸਕੀਏ ਕਿ ਏਕ ਬਿਨਾ ਨਹ ਏਕ ਪਛਾਨਾ ਹੈ, ਇੰਨਾ ਕੁਛ ਕਰਦਿਆਂ ਹੋਏ ਇੱਕ ਤੋਂ ਬਿਨਾ ਦੂਸਰੇ ਨੂੰ ਪਛਾਣੇ ਤੱਕ ਨਾ, ਫਿਰ ਹੋਏਗਾ ਕਿ ਪੂਰਨ ਜੋਤ ਜਗ੍ਹਾ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਕਿ ਜੇ ਅਸੀਂ ਇੰਨਾ ਕੁਛ ਕਰ ਸਕਾਂਗੇ ਤਾਂ ਉਹ ਜਿਹੜੀ ਸਭ ਮਹਿ ਜੋਤ ਹੈ ਸੋਏ, ਜਿਹੜੀ ਜੋਤ ਸਾਰਿਆਂ ਵਿੱਚ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹੜੀ ਸਤਿਗੁਰੂ ਦੀ ਕਿਰਪਾ ਨਾਲ ਪ੍ਰਗਟ ਹੁੰਦੀ ਹੈ, ਫਿਰ ਉਹ ਪ੍ਰਗਟ ਹੋਏਗੀ। ਫਿਰ ਕੋਈ ਵੀ ਗਿਆਨ ਨਹੀਂ ਰਹੇਗਾ ਜਿਹੜਾ ਅਧੂਰਾ ਹੋਏਗਾ, ਸਾਰੇ ਪੂਰਨ ਹੋ ਜਾਣਗੇ। ਉੱਥੋਂ ਤੱਕ ਪਹੁੰਚਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਇਹ ਮਾਰਗ ਹੈ। ਅਸੀਂ ਕਿੰਨਾ ਪਹੁੰਚ ਸਕਦੇ ਹਾਂ ਇਹ ਵੱਖਰੀ ਗੱਲ ਹੈ, ਪਰ ਸਾਡੀ ਭਾਵਨਾ ਇਸ ਤਰ੍ਹਾਂ ਦੀ ਚਾਹੀਦੀ ਹੈ। ਜਿਹੜਾ ਗੁਰਬਾਣੀ 'ਚ ਲਿਖਿਆ ਤੀਰਥ ਅਰਥ ਸਤ ਧਰਮ ਦਇਆ ਸੰਤੋਖ, ਇਹ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ, ਬਹੁਤ ਵੱਡੀਆਂ ਨੇ। ਲੋਕੀ ਤੀਰਥਾਂ ਤੇ ਜਾਂਦੇ ਨੇ, ਕਿੰਨੇ ਯਤਨ ਕਰਕੇ ਜਾਂਦੇ ਨੇ। ਇੱਕ ਇੱਕ ਤੀਰਥ ਦਾ ਵੇਖੋ ਕਿੰਨਾ ਕਿੰਨਾ ਮਹਾਤਮ ਲਿਖਿਆ। ਸੱਚ ਬੋਲਣਾ ਕਿੰਨਾ ਔਖਾ ਹੈ। ਧਰਮ ਪੁੱਤਰ ਨੇ ਸੱਚ ਤੇ ਅੜੇ ਰਹਿਣ ਲਈ ਕਿੰਨੀਆਂ ਤਕਲੀਫਾਂ ਸੀਗੀਆਂ। ਰਜਿਸਟਰ ਨੇ ਉਹਨੂੰ ਵੀ ਜੀਵਨ ਵਿੱਚ ਇੱਕ ਵਾਰ ਝੂਠ ਬੋਲਣਾ ਪਿਆ, ਪਰ ਜਿੰਨਾ ਉਹਨੇ ਤਕਲੀਫਾਂ ਸਹਿਲੀਆਂ, ਜਿੰਨਾ ਉਹ ਅੜਿਆ ਰਿਹਾ, ਕਿ ਆਪਾਂ ਸਾਰੇ ਅੜ ਸਕਦੇ ਹਾਂ? ਨਹੀਂ। ਧਰਮ ਕਰਨਾ, ਆਪਣੇ ਧਰਮ ਤੇ ਅੜੇ ਰਹਿਣਾ ਕਿੰਨਾ ਔਖਾ ਹੈ, ਦਇਆ ਕਰਨੀ ਕਿੰਨੀ ਔਖੀ। ਪਰ ਇਹ ਸਾਰੀਆਂ ਗੱਲਾਂ ਕਰੀਆਂ ਵੀ ਜਾਣ, ਪਰ ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰੂ ਚਰਨ ਰਾਜ ਤੁਲ ਨਾ ਸਗਰ ਹੈ। ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦੇ ਆਸਰੇ ਅੱਗੇ ਇਹਨਾਂ ਦੀ ਕੀਮਤ ਤੁਲ ਮਾਤਰ ਵੀ ਨਹੀਂ, ਛਿਣ ਮਾਤਰ ਵੀ ਨਹੀਂ, ਕੁਛ ਵੀ ਨਹੀਂ। ਇਹ ਨਹੀਂ ਵੀ ਇਹਨਾਂ ਦੀ ਕੀਮਤ ਨਹੀਂ, ਬਹੁਤ ਵੱਡੀ ਹੈ। ਇਹ ਸਾਰਾ ਕੁਝ ਕਰਨਾ ਹੈ, ਕਰਨਾ ਬਣਦਾ ਵੀ। ਇਹ ਕਰਦਿਆਂ ਹੋਇਆਂ ਵੀ ਸਾਡੀ ਭਾਵਨਾ ਇੱਕੋ ਇੱਕ ਥਾਂ ਤੇ ਰਹੇ, ਸਤਿਗੁਰੂ ਦੀ ਬਖਸ਼ਿਸ਼ ਤੇ ਉਹਦੇ ਚਰਨਾਂ ਦੇ ਆਸਰੇ। ਇੱਕ ਸਾਧੂ ਸਿੰਘ ਨੇ ਰਾਜਸਥਾਨ 'ਚ ਨੇ, ਉਹਨਾਂ ਨੇ ਪਿੱਛੇ ਜੇ ਜੀਵਨ ਨਗਰ, ਸ਼ਾਇਦ 2-3 ਸਾਲਾਂ ਦੀ ਗੱਲ ਹੋਵੇ, ਮੈਂ ਡਿਟੇਲ ਨਾਲ ਤੇ ਇਸ ਵੇਲੇ ਨਹੀਂ ਦੱਸ ਸਕਦਾ, ਵੈਸੇ ਮੇਰੇ ਕੋਲੋਂ ਨੋਟ ਕੀਤਾ ਹੋਇਆ। ਸੰਖੇਪ ਵਿੱਚ ਜਿੰਨਾ ਕੁ ਮੈਨੂੰ ਯਾਦ ਹੈ ਇਹਨਾਂ ਦੱਸਾਂਗਾ। ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਜੀਵਨ ਨਗਰ ਆਨੰਦ ਹੋਣ ਲੱਗੇ ਸੀ, ਆ ਕੇ ਅਰਜ਼ ਕੀਤੀ, ਗਰੀਬਨਾਥ ਜੀ ਵੇਖੋ, ਮੈਂ ਹੁਣ ਆਪ ਜੀ ਨੇ ਪਿਛਲੀ ਵਾਰ ਹੁਕਮ ਕੀਤਾ ਸੀ ਸਾਡੇ ਘਰੇ ਚਰਨ ਪਏ ਸੀ, ਮੈਂ ਇਸ ਸਿੱਖੀ ਸਰੂਪ 'ਚ ਆ ਗਿਆ ਵਾਂ, ਬਾਣਾ ਪਾਉਣ ਲੱਗ ਪਿਆ। ਸਾਡੇ ਗੁਰੂ ਹਰੀ ਸਿੰਘ ਵੇਲੇ ਦੀ ਸਿੱਖੀ ਹੈ, ਪਰ ਇਹ ਵੇਖੋ ਨਾਲ ਉਹਨਾਂ ਦਾ ਸਾਰਾ ਪਰਿਵਾਰ ਸੀ। ਇਹ ਵੇਖੋ ਇਹਨਾਂ ਦਾ ਕੀ ਹਾਲ ਹੈ, ਖੁੱਲੇ ਕੱਪੜੇ ਪਾਉਂਦੇ ਨੇ, ਕੋਈ ਖਾਣ ਪੀਣ ਦਾ ਇਹਨਾਂ ਦਾ ਠੀਕ ਪਰਹੇਜ਼ ਨਹੀਂਗਾ। ਕਿਰਪਾ ਕਰੋ ਸਾਡੇ 'ਚ ਸਿੱਖੀ ਬਖਸ਼ੋ। ਨਾਲ ਹੀ ਉਹਨਾਂ ਨੇ ਫਿਰ ਜਦੋਂ ਇਹ ਅਰਜ਼ ਕੀਤੀ, ਫਿਰ ਇਹ ਵੀ ਅਰਜ਼ ਕੀਤੀ, ਇਹ ਮੇਰੀ ਘਰ ਦੀ ਖੁੱਲਿਆਂ ਦੀ ਧੀ ਹੈ ਵੈਸੇ, ਪਰ ਮੈਂ ਇਹਨੂੰ ਆਖਿਆ ਸੀ ਇਹਦੇ ਗੋਡੇ 'ਚ ਲੱਤ 'ਚ ਦਰਦ ਹੁੰਦੀ ਸੀ, ਬੜੇ ਇਲਾਜ ਕਰਾਏ, ਕਿਤੋਂ ਠੀਕ ਨਹੀਂ ਹੋਈ। ਅਸੀਂ ਇਹ ਸੁੱਖਿਆ ਸੀ ਕਿ ਤੁਹਾਡੇ ਚਰਨਾਂ 'ਤੇ ਹੱਥ ਲਾ ਕੇ ਮੱਥਾ ਟੇਕਣਾ। ਜਦੋਂ ਸੁੱਖਿਆ ਉਹ ਦਰਦ ਹਟ ਗਈ ਹੈ, 2-3 ਸਾਲ ਇਲਾਜ ਕਰਾਉਂਦੇ ਰਹੇ ਹਾਂ। ਹੁਣ ਉਹ ਕਿਰਪਾ ਕਰੋ ਕਿ ਅਸੀਂ ਉਹ ਸੁਖਣਾ ਪੂਰੀ ਕਰਨੀ ਹੈ। ਉਹਨੇ ਭੋਲੇ ਭਾ ਸਰਦਾ ਪ੍ਰੇਮ ਨਾਲ ਇਸ ਤਰ੍ਹਾਂ ਦੀ ਸੁਖਣਾ ਸੁਖੀ। ਫਿਰ ਸੱਚ ਪਾਸੇ ਪਹਿਲਾਂ ਥੋੜ੍ਹਾ ਜਿਹਾ ਮੁਸਕਰਾਏ, ਫਿਰ ਹੁਕਮ ਕੀਤਾ ਚੱਲ ਲਿਆ ਉਹਨੂੰ। ਉਹ ਬੀਬੀ ਆਈ, ਖੁੱਲਿਆਂ ਦੀ ਧੀ ਸੀ, ਖੁੱਲੇ ਉਹਨੇ ਕੱਪੜੇ ਪਾਏ ਹੋਏ ਸੀ, ਸਲਵਾਰ ਪਾਈ ਹੋਈ ਸੀ। ਸੱਚ ਪਾਸੇ ਨੇ ਅੱਗੇ ਚਰਨ ਕੀਤਾ, ਉਹਨੇ ਚਰਨਾਂ ਦੇ ਹੱਥ ਲਾ ਕੇ ਮੱਥੇ ਤੇ ਲਾਇਆ, ਜਿੱਥੇ ਚਲੋ ਆਪਣੀ ਸਰਦਾ ਮੁਤਾਬਕ ਉਹਦੇ ਦਰਦ ਹੁੰਦੀ ਸੀ, ਜਿਹੜੀ ਠੀਕ ਹੋਈ ਸੀ, ਉੱਥੇ ਉਹਨੇ ਹੱਥ ਲਾਇਆ। ਜੇ ਕੋਈ ਇਸ ਗੱਲ ਦੀ ਪਰਖ ਦੇ ਹਿਸਾਬ ਨਾਲ ਕਰੇ, ਮੈਂ ਵੀ ਵੇਖਾਂਗਾ ਸੱਚ ਪਾਸੇ ਕਿਰਪਾ ਕਰਨ, ਮੈਂ ਆਪਣਾ ਇਹ ਕਰਾਂਗਾ ਤੇ ਜਾ ਕੇ ਚਰਨਾਂ ਨੂੰ ਹੱਥ ਲਾਵਾਂਗਾ, ਮੇਰੀ ਇਹ ਤਕਲੀਫ ਠੀਕ ਹੁੰਦੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਕੋਈ ਵੀ ਗੱਲ ਕਿਸੇ ਸ਼ਰਤ ਨਾਲ, ਕਿਸੇ ਪਰਖ ਨਾਲ ਨਹੀਂ ਵੇਖੀ ਜਾ ਸਕਦੀ। ਹਾਂ, ਜੇ ਕਿਸੇ ਦੀ ਉਸ ਤਰ੍ਹਾਂ ਦੀ ਪਵਿੱਤਰ ਤੇ ਭੋਲੇ ਭਾਅ ਦੀ ਪੂਰਨ ਪ੍ਰੇਮ ਤੇ ਪ੍ਰਤੀਤ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਪੂਰਨ ਪ੍ਰੇਮ ਪ੍ਰਤੀਤ ਸਜੈ, ਜਦੋਂ ਉਸ ਥਾਂ ਤੇ ਪਹੁੰਚ ਗਈ, ਜਿਹੜਾ ਫਿਰ ਏਕ ਬਿਨਾ ਨਹ ਏਕ ਪਛਾਨਾ, ਉੱਥੇ ਪਹੁੰਚ ਗਈ, ਇੱਕ ਥਾਂ ਤੇ ਰਹਿ ਗਿਆ, ਫਿਰ ਉਹ ਹੋ ਸਕਦਾ, ਪਰਖ ਨਾਲ ਨਹੀਂ। ਉਸ ਗੱਲ ਨੂੰ ਪਰਖਣ ਨਾਲ ਨਹੀਂ ਹੋ ਸਕਦਾ। ਤੇ ਜਿਹੜਾ ਗੁਰਬਾਣੀ 'ਚ ਲਿਖਿਆ, ਇਕਸੈ ਦੀ ਸਮੱਗਰੀ ਇਕਸੈ ਦੀ ਹੈ ਰੀਤ, ਇਕਸ ਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ। ਮੈਂ ਅੰਤ ਵਿੱਚ ਇਸ ਗੱਲ ਤੇ ਸਮਾਪਤ ਕਰਾਂਗਾ ਕਿ ਜਦੋਂ ਇੱਕ ਨਾਲ ਮਨ ਮੰਨ ਗਿਆ, ਜਿਹਦੀ ਇੱਕ ਦੀ ਸਾਰੀ ਸਮੱਗਰੀ ਹੈ, ਸ੍ਰਿਸ਼ਟੀ ਦੀ ਰਚਨਾ ਕੀਤੀ ਹੋਈ ਹੈ, ਜਿਹਦੀ ਇੱਕੋ ਦੀ ਅਕਾਲ ਪੁਰਖ ਸਤਿਗੁਰੂ ਦੀ ਸਾਰੀ ਰਚਨਾ ਰਚੀ ਹੋਈ ਹੈ, ਸਾਰੀ ਉਸੇ ਦੀ ਰੀਤ ਬਣਾਈ ਹੈ, ਉਸੇ ਦੀ ਮਰਜ਼ਾਦਾ ਬਣਾਈ ਹੈ, ਜਦੋਂ ਉਹਦੇ ਨਾਲ ਮਨ ਮੰਨ ਗਿਆ, ਸਾਰੇ ਪਾਸਿਆਂ ਤੋਂ ਟੁੱਟ ਕੇ ਇੱਕ ਥਾਂ ਤੇ ਜੁੜ ਗਿਆ, ਤੇ ਫਿਰ ਇੱਕ ਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ। ਫਿਰ ਨਿਹਚਲ ਚੀਤ ਹੋ ਜਾਏਗਾ, ਭਟਕਣਾ ਖਤਮ ਹੋ ਜਾਏਗੀ, ਸਾਰੇ ਦੁੱਖ ਖਤਮ ਹੋ ਜਾਣਗੇ। ਮੈਂ ਇੰਨੀ ਅਰਜ਼ ਕਰਕੇ ਅੰਤ ਵਿੱਚ ਫਿਰ ਕਿ ਏਕ ਬਿਨਾ ਮਨ ਨੈਕ ਨਾ ਆਨੈ ਵਾਲੇ ਥਾਂ ਤੇ ਆ ਕੇ ਸਤਿਗੁਰੂ ਪ੍ਰਤੀ ਆਪਣਾ ਪ੍ਰੇਮ ਤੇ ਪ੍ਰਤੀਤ ਸਹਿਤ ਆਪਣੀ ਭਾਵਨਾ ਨੂੰ ਢਾਲਣ ਦਾ ਯਤਨ ਕਰੀਏ। ਸਤਿ ਸ੍ਰੀ ਅਕਾਲ। ਸੰਤ ਹਰਪਾਲ ਸਿੰਘ ਜੀ ਹੋਰਾਂ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਅੱਜ ਦੇ ਇਸ ਵਿਸ਼ੇ ਨੂੰ ਸਾਡੇ ਸਾਹਮਣੇ ਰੱਖਿਆ ਹੈ।